इस अंदोलन ਨੂੰ ਫਿਰਕੂ ਰੰਗਤ ਕਿਸੇ ਖਾਸ ਰੰਗ ਦੇ ਵਿੱਚ ਰੰਗ ਕੇ ਪੇਸ਼ ਕਰਨ ਦੇ बहुत बड़े जतन किए जा रहे हैं। ये मैं नहीं कह रहा, किसान जथेबंदियों वालों लगातार इस मुद्दे ते दोष लग रहे हैं। आखिर एक अंदोलन जिहड़ा लोकां दे मुद्दे नूं लैके उठिया, क्यों उस नूं भंनण लई तोड़न लई इदां दे दोषां दी शुरुआत इदां हमला किया जा रहा है। जिहड़ी सरकार दी मजबूरी है वो ये लगदी है कि भी ये अपना सहे दी नहीं पैहे दी है कि जे अज ये कानून वापस ले ले ਤਾਂ ਕੱਲ ਨੂੰ ਜਿਹੜੇ ਮਜ਼ਦੂਰ ਹੈ ਉਹਨਾਂ ਦੇ ਸੰਬੰਧੀ ਵੀ ਬਹੁਤ ਸਾਰੇ ਕਾਨੂੰਨ ਜਿਹੜੇ ਹੈਗੇ ਆ ਗੈਰ ਸੰਵਿਧਾਨਕ ਤੇ ਐਂਟੀ ਲੇਬਰ ਪਾਸ ਕੀਤੇ ਗਏ ਆ। ਦਿੱਲੀ ਪੁਲਿਸ ਨੇ ਕਿਹਾ ਸੀ ਉਸ ਰਸਤੇ ਤੇ ਬੈਰੀਕੇਡ ਲਗਾ ਦਿੱਤੇ, ਉਸ ਰਸਤੇ ਦੇ ਉੱਤੇ ਤੁਸੀਂ ਪੁਲਿਸ ਫੋਰਸ ਬਿਠਾਈ ਹੋਈ ਹੈ ਤਾਂ ਕਿ ਇਹ ਕਿਸਾਨ ਮਾਰਚ ਅੱਗੇ ਮੂਵ ਨਾ ਕਰਨ, ਔਰ ਸਾਈਡਾਂ ਦੇ ਕੋਈ ਰਸਤੇ ਹੋਰ ਖੋਲੇ ਹੋਏ ਨੇ। ਉਹਨਾਂ ਦਾ ਪਰਪਸ ਕੀ ਸੀ? ਗਵਰਨਮੈਂਟ ਵੱਲੋਂ ਅਟੈਂਸ਼ਨ ਨੂੰ ਭਟਕਾ ਦੇਣਾ ਤਾਂ ਇੱਕ ਹੈ, ਹੋਰ ਕਈ ਸਾਰੇ ਮੁੱਦਿਆਂ ਤੋਂ ਗਵਰਨਮੈਂਟ ਦਾ ਮਕਸਦ ਹੈਗਾ ਵੀ ਇਸ ਵੇਲੇ ਪਬਲਿਕ ਮਾਈਂਡ ਨੂੰ ਭਟਕਾ ਦਿੱਤਾ ਜਾਵੇ, ਜਿੱਦਾਂ ਕਿ ਸਾਡੀ ਇਕਨੋਮੀ ਪੂਰੀ ਤਰ੍ਹਾਂ ਡੀਰੇਲਡ ਹੈ। ਇੱਕੋ ਪਾਸੇ ਵੱਲ ਨੂੰ ਸਾਰੀ ਗੱਲ ਚੱਲ ਰਹੀ ਹੈ, ਕੇਸ ਦਰਜ ਕਰ ਲਓ, ਦੇਸ਼ ਵਿਰੋਧੀ ਗੱਲਾਂ, ਦੂਜੇ ਮਾਮਲੇ, ਸਾਰਾ ਜਣੇ ਕਿਧਰੇ ਕਿਸਾਨ ਅੰਦੋਲਨ ਦੇ ਮੁੱਦੇ ਤਾਂ ਨਜ਼ਰ ਹੀ ਨਹੀਂ ਆ ਰਹੇ, ਹੋਰ ਹੀ ਕੁਝ ਉਭਾਰ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਜਾਣ ਬੁੱਝ ਕੇ ਸਾਰਾ ਵਰਤਾਰਾ ਇਸ ਪਾਸੇ ਵੱਲੋਂ ਖਿੱਚ ਕੇ ਕੀਤਾ ਗਿਆ ਹੈ। ਹੁਣ ਤੱਕ ਦਾ ਜੋ ਪਿਛਲੇ 6-7 ਸਾਲ ਦਾ ਟਰੈਕ ਹੈ ਸਰਕਾਰ ਦਾ, ਭਾਜਪਾ ਗਵਰਨਮੈਂਟ ਦਾ, ਉਹ ਇਹ ਹੈਗਾ ਆ ਕਿ ਵੀ ਕਿਸੇ ਦੀ ਵੀ ਗੱਲ ਸੁਣਨੀ ਨਹੀਂ ਹੈ। ਜੋ ਆਪਣੀ ਮਨੂਵਾਦੀ ਨੀਤੀਆਂ ਆ ਉਹ ਆਪਣਾ ਇੱਕ ਹਿੰਦੂਤਵਾ ਨੂੰ ਲੈ ਕੇ ਇੱਕ ਫਿਰਕੂ ਰੰਗ ਦਿੱਤਾ ਜਾਂਦਾ ਆ। ਇਹਨੇ ਦਿੱਲੀ ਪੁਲਿਸ ਦੇ ਉੱਤੇ ਪਰਸਨਲ ਐਮਪਲੋਇਡ ਨੇ, ਉਹ ਸਾਰੇ ਕਿੱਥੇ ਸੀ ਰੈੱਡ ਫੋਰਟ ਵਿੱਚ? ਜਾਂ ਇੰਨਾ ਈਜ਼ੀ ਹੈ ਕਿ ਰੈੱਡ ਫੋਰਟ ਵਿੱਚ 200 ਬੰਦਾ ਜਦੋਂ ਮਰਜ਼ੀ ਕਰੇ, ਜਦੋਂ ਮਰਜ਼ੀ ਚਲਾ ਜਾਏ? ਮੈਂ ਕਹਿੰਦਾ ਹੁੰਦਾ ਕਿ ਮੈਂ ਆਪਣੀ ਲਾਈਫ ਟਾਈਮ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੰਨਾ ਲੰਮਾ ਸੰਘਰਸ਼, ਇੰਨਾ ਲੰਮਾ ਅੰਦੋਲਨ, ਇੰਨਾ ਪੀਸਫੁਲ ਮੈਂ ਨਹੀਂ ਵੇਖਿਆ। ਸਭ ਤੋਂ ਵੱਡਾ ਜਿਹੜਾ ਮਾਮਲਾ ਉੱਥੇ ਖੜਾ ਕੀਤਾ ਜਾ ਰਿਹਾ ਇਸ ਮੁੱਦੇ ਨੂੰ ਲੈ ਕੇ ਜੀ, ਕਿ ਲਾਲ ਕਿਲੇ ਦੇ ਅੰਦਰ ਜਿਹੜਾ ਹੈਗਾ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਚਲਾ ਦਿੱਤਾ ਗਿਆ। ਜਦੋਂ ਤੁਸੀਂ ਬਾਬਰੀ ਮਸਜਿਦ ਦਾ ਜਿਹੜਾ ਫਤਵਾ ਹੈ, ਫੈਸਲਾ ਹੈ, ਉਹਦੀ ਗੱਲ ਕਰ ਰਹੇ ਹੋ ਤਾਂ ਕੀ ਜਿਹੜਾ ਉੱਥੇ ਇਹ ਨਿਸ਼ਾਨ ਸਾਹਿਬ ਚਲਾਉਣ ਦੇ ਨਾਲ ਤੁਹਾਨੂੰ ਲੱਗਦਾ ਹੈ ਕੋਈ ਦੇਸ਼ ਦੀ ਬਗਾਵਤ ਦੀ ਉਹਦੇ ਚੋਂ ਬੂ ਆਉਂਦੀ ਹੈ ਜਾਂ ਕੋਈ ਬਹੁਤ ਵੱਡੀ ਵਾਇਲੇਸ਼ਨ ਹੋ ਗਈ ਹੈ? ਮਕਸਦ ਇਹ ਹੈਗਾ ਆ ਕਿ ਕਿਸਾਨ ਅੰਦੋਲਨ ਜਿਹੜਾ ਪੀਸਫੁਲੀ ਸਕਸੈਸਫੁਲੀ ਪਿਛਲੇ 2 ਮਹੀਨੇ ਤੋਂ ਦਿੱਲੀ ਦੇ ਆਲੇ ਦੁਆਲੇ ਚੱਲ ਰਿਹਾ ਸੀਗਾ, ਉਹਨੂੰ ਡਿਸਕ੍ਰੈਡਿਟ ਕਿਵੇਂ ਕੀਤਾ ਜਾਵੇ, ਇਸ ਦੇ ਪਿੱਛੇ ਛੜਯੰਤਰ ਕੰਮ ਕਰ ਰਿਹਾ ਸੀਗਾ। ਤੁਸੀਂ ਦੇਖੋ ਕੰਟਰੀ ਦਾ ਡਿਪਟੀ फाइनेंस मिनिस्टर अपनी कॉन्स्टिट्यूएंसी के बाहर जाके कह रहा है कि गोली मारो इन सालों को। ਜੇਕਰ ਮੈਂ 8, 9, 10 ਚੈਨਲਸ ਨੂੰ ਉਹ ਲਾਵਾਂ ਜਿਨ੍ਹਾਂ ਨੂੰ ਲੋਕੀ ਸਰਕਾਰੀ ਚੈਨਲਸ ਜਾਂ ਗੋਦੀ ਮੀਡੀਆ ਕਹਿੰਦੇ ਆ ਤਾਂ ਮੇਰਾ ਯਕੀਨ ਨਹੀਂ ਸਾਰਾ ਉਧਰ ਬਣ ਜਾਏਗਾ ਵੀ ਸਾਰਾ ਕਸੂਰ ਹੀ ਇਹਨਾਂ ਦਾ। ਨਜ਼ਰੀਆ ਦੀ ਟੀਵੀ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਕੇਂਦਰ ਵੱਲੋਂ ਬਣਾਏ 3 ਨਵੇਂ ਖੇਤੀ ਕਾਨੂੰਨ ਤੇ ਘੱਟੋ ਘੱਟ ਸਹਾਇਕ ਕੀਮਤ ਦੇ ਮੁੱਦੇ ਤੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੀ ਤਰ੍ਹਾਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਡਟੀਆਂ ਹੋਈਆਂ। ਦੂਜੇ ਪਾਸੇ ਕੇਂਦਰ ਦੀ ਨੀਤੀ ਨੂੰ ਲੈ ਕੇ ਲਗਾਤਾਰ ਬਹੁਤ ਵੱਡੇ ਸਵਾਲ ਉੱਠ ਰਹੇ ਹੈ। ਪਿਛਲੀ 11ਵੇਂ ਦੌਰ ਦੀ ਮੀਟਿੰਗ ਜਦੋਂ ਫੇਲ ਰਹੀ, ਬੇਸਿੱਟਾ ਰਹੀ, ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਨਵੇਂ ਖਦਸ਼ੇ ਆ ਰਹੇ ਹੈ। ਇਹਦੇ 'ਚ ਕੋਈ ਦੋ ਰਾਹ ਨਹੀਂ ਕਿ ਅੰਦੋਲਨ ਪੰਜਾਬ ਦੀ ਧਰਤੀ ਤੋਂ ਉੱਠਿਆ, ਔਰ ਹੁਣ ਇਸ ਵੇਲੇ ਜੇ ਆਪਾਂ ਗੱਲ ਕਰ ਲਈਏ ਹਰਿਆਣਾ ਦੀ, ਰਾਜਸਥਾਨ ਦੀ, ਪੱਛਮੀ ਯੂਪੀ ਦੀ, ਜੇ ਦੇਸ਼ ਦੇ ਹੋਰ ਬਹੁਤ ਸਾਰੇ ਹਿੱਸਿਆਂ ਦੀ ਇਸ ਅੰਦੋਲਨ ਦੀ ਭਰਵੀਂ ਹਮਾਇਤ ਮਿਲ ਰਹੀ ਹੈ। ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅੰਦੋਲਨ ਸਭ ਦਾ ਸਾਂਝਾ ਹੈ। ਸਵਾਲ ਇਹ ਉੱਠ ਰਿਹਾ ਹੈ ਕਿ ਇਸ ਦੇ ਬਾਵਜੂਦ ਵੀ ਇਸ ਅੰਦੋਲਨ ਨੂੰ ਕਿਉਂ ਵੱਖ-ਵੱਖ ਫਿਰਕੂ, ਵੱਖ-ਵੱਖ ਗਰੁੱਪਾਂ, ਵੱਖ-ਵੱਖ ਧੜਿਆਂ ਦੇ ਨਾਂ ਦੇ ਉੱਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਯਤਨ ਕੀਤਾ ਹੈ ਕਿ ਆਪਣੀ ਅੱਜ ਦੀ ਡਿਬੇਟ ਨੂੰ ਗੈਰ ਰਾਜਸੀ ਰੱਖਿਆ ਜਾਵੇ ਤਾਂ ਜੋ ਸਾਡੇ ਮਹਿਮਾਨਾਂ ਦੀ ਰਾਏ ਸਾਰਥਕ ਤੌਰ ਤੇ ਸਾਡੇ ਦਰਸ਼ਕਾਂ ਦੇ ਵਿੱਚ ਪਹੁੰਚ ਸਕੇ। ਪੈਨਲ ਤੇ ਮੇਰੇ ਨਾਲ ਸਾਡੇ ਜਿਹੜੇ ਕਦਾਵਰ ਮਹਿਮਾਨ ਇਸ ਖਿੱਤੇ ਦੇ SR ਲੱਦੜ, ਜਿਹੜੇ ਕਿ ਸਾਬਕਾ IAS ਅਧਿਕਾਰੀ ਹੈ, ਲੰਬਾ ਸਮਾਂ ਪੰਜਾਬ ਦੀ ਸੇਵਾ ਕੀਤੀ ਹੈ। ਕੁਲਵੀਰ ਸਿੰਘ ਸਿੱਧੂ ਜੀ, ਸਾਬਕਾ IAS ਤੇ ਜਿਨ੍ਹਾਂ ਦਾ ਪੰਜਾਬ ਦਾ ਬਹੁਤ ਵੱਡਾ ਇੱਕ ਪਿਛੋਕੜ ਤੇ ਇਸੇ ਤਰੀਕੇ ਨਾਲ ਬਹੁਤ ਸਾਰੇ ਮੁੱਦਿਆਂ ਤੇ ਪੰਜਾਬ ਦੇ ਸਮਾਜਿਕ ਮਾਮਲਿਆਂ ਤੇ जुड़े हुए हैं। कमलजीत सिंह जी
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਤਾਂ ਹਨ ਹੀ, ਪਰ ਸਮਾਜਿਕ ਮੁੱਦਿਆਂ ਤੇ ਵੀ ਆਪਣਾ ਇੱਕ ਜਾਣਾ ਪਹਿਚਾਣਾ ਚਿਹਰਾ ਰੱਖਦੇ ਹੈ। ਤਿੰਨੇ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ ਹਾਂ, ਵੈਲਕਮ ਕਰਦਾ ਹਾਂ। ਜੱਜਰ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਆਪਣੇ ਮੁੱਦਿਆਂ ਨੂੰ ਲੈ ਕੇ ਜਿਹੜਾ ਅੰਦੋਲਨ ਸ਼ੁਰੂ ਕੀਤਾ ਗਿਆ, ਪਰ ਹੁਣ 26 ਜਨਵਰੀ ਤੋਂ ਬਾਅਦ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਇਸ ਅੰਦੋਲਨ ਨੂੰ ਫਿਰਕੂ ਰੰਗਤ, ਕਿਸੇ ਖਾਸ ਰੰਗ ਦੇ ਵਿੱਚ ਰੰਗ ਕੇ ਪੇਸ਼ ਕਰਨ ਦੇ ਬਹੁਤ ਵੱਡੇ ਯਤਨ ਕੀਤੇ ਜਾ ਰਹੇ ਹੈ। ਇਹ ਮੈਂ ਨਹੀਂ ਕਹਿ ਰਿਹਾ, ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਇਸ ਮੁੱਦੇ ਤੇ ਦੋਸ਼ ਲੱਗ ਰਹੇ ਹੈ। ਆਖਰ ਇੱਕ ਅੰਦੋਲਨ ਜਿਹੜਾ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਉੱਠਿਆ, ਕਿਉਂ ਉਸ ਨੂੰ ਭੰਨਣ ਲਈ, ਤੋੜਨ ਲਈ ਇਦਾਂ ਦੇ ਦੋਸ਼ਾਂ ਦੀ ਸ਼ੁਰੂਆਤ, ਇਦਾਂ ਹਮਲਾ ਕੀਤਾ ਜਾ ਰਿਹਾ ਹੈ? ਜੀ ਲੱਕੜ ਜੀ, ਕਿਵੇਂ ਦੇਖਦੇ ਹੋ? ਸਿੱਧੂ ਸਾਹਿਬ, ਮੈਂ ਤੁਹਾਡੇ ਰਾਹੀਂ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਜਿਹੜਾ ਕਿਸਾਨ ਅੰਦੋਲਨ ਹੈ, ਇਹ ਆਪਣਾ ਕੱਲਾ ਕਿਸਾਨਾਂ ਦਾ ਨਹੀਂ ਹੈ। ਇਹ ਆਪਣਾ ਪੂਰੇ 137 ਕਰੋੜ ਆਬਾਦੀ ਦਾ ਅੰਦੋਲਨ ਹੈ। ਪਹਿਲਾਂ ਤਾਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਕਿਸਾਨ ਅੰਦੋਲਨ ਨੇ ਕੱਲਾ ਕਿਸਾਨਾਂ ਨੂੰ ਪ੍ਰਭਾਵਿਤ ਨਹੀਂ ਕਰਨਾ, ਇਹਨੇ ਪੂਰੀ ਪਾਪੂਲੇਸ਼ਨ ਨੂੰ ਪ੍ਰਭਾਵਿਤ ਕਰਨਾ ਆ। ਨੰਬਰ 1, ਦੇਸ਼ ਨੂੰ ਪ੍ਰਭਾਵਿਤ ਕਰੇਗਾ। ਕਿ ਆਪਣਾ 26 ਨਵੰਬਰ ਤੋਂ ਲੈ ਕੇ 26 ਜਨਵਰੀ ਤੱਕ 2 ਮਹੀਨੇ ਕਿਸਾਨ ਮਜ਼ਦੂਰ ਆਪਣਾ ਦਿੱਲੀ ਦੇ ਆਲੇ ਦੁਆਲੇ ਜਿਹੜੇ ਰਾਹ ਉਹਨਾਂ ਨੂੰ ਜਾਂਦੇ, ਰਸਤੇ ਜਾਂਦੇ ਦਿੱਲੀ ਨੂੰ, ਤਾਂ ਉਹਨਾਂ ਦੇ ਉੱਪਰ ਪੋਹ ਮਾਘ ਦੀ ਠੰਡ 'ਚ ਬੈਠੇ ਆ, ਔਰ ਤਕਰੀਬਨ 100 ਦੀ ਕਰੀਬ ਮੌਤ ਵੀ ਹੋ ਗਈ ਆ। ਲੇਕਿਨ ਇਹਨੂੰ ਆਪਣਾ 10 ਜਾਂ 11 ਮੀਟਿੰਗਾਂ ਵੀ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕਰ ਲਈਆਂ। ਇੱਥੋਂ ਤੱਕ ਵੀ ਉਹਨਾਂ ਨੂੰ ਆਪਣਾ ਦਿੱਤਾ ਕਿ ਅਸੀਂ ਇਹਨਾਂ ਨੂੰ ਕੁਝ ਸਮੇਂ ਲਈ ਸਸਪੈਂਡ ਕਰ ਦਿੰਦੇ ਆ, ਤੇ ਇਸ ਤੋਂ ਬਾਅਦ ਜੋ ਕਿਸਾਨਾਂ ਦੀ ਡਿਮਾਂਡ ਹੈ ਕਿ ਅਸੀਂ ਆਪਣਾ ਇਹਨਾਂ ਕਾਨੂੰਨਾਂ ਨੂੰ ਅਸੀਂ ਚਾਹੁੰਦੇ ਕਿ ਵਾਪਸ ਲੈ ਲਿਆ ਜਾਵੇ, ਇਹਨਾਂ ਨੂੰ ਰਿਪੀਲ ਕਰਤਾ ਜਾਵੇ, ਤਾਂ ਜਿਹੜੀ ਸਰਕਾਰ ਦੀ ਮਜਬੂਰੀ ਹੈ ਉਹ ਇਹ ਲੱਗਦੀ ਆ ਕਿ ਵੀ ਇਹ ਆਪਣਾ ਸਹੇ ਦੀ ਨਹੀਂ ਪੈਸੇ ਦੀ ਆ, ਕਿ ਜੇ ਅੱਜ ਇਹ ਕਾਨੂੰਨ ਵਾਪਸ ਲੈ ਲੈ ਤਾਂ ਕੱਲ ਨੂੰ ਜਿਹੜਾ ਮਜ਼ਦੂਰ ਹੈ ਉਹਨਾਂ ਦੇ ਸੰਬੰਧੀ ਵੀ ਬਹੁਤ ਸਾਰੇ ਕਾਨੂੰਨ ਜਿਹੜੇ ਹੈਗੇ ਆ ਗੈਰ ਸੰਵਿਧਾਨਕ ਤੇ ਐਂਟੀ ਲੇਬਰ ਪਾਸ ਕੀਤੇ ਗਏ ਆ। ਸਰਕਾਰ ਇਹ ਚਾਹੁੰਦੀ ਨਹੀਂ ਹੈਗੀ ਕਿ ਇਹ ਆਪਣਾ ਕਿਸਾਨਾਂ ਦੀ ਡਿਮਾਂਡ ਨੂੰ ਮੰਨਿਆ ਜਾਵੇ, ਭਾਵੇਂ ਕਿੰਨੀ ਵੀ। ਮੈਂ ਸਮਝਦਾ ਕਿ ਕਿਸਾਨਾਂ ਦੀ ਡਿਮਾਂਡ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ। ਜੇ ਉਹਨਾਂ ਦੇ ਭਲੇ ਲਈ ਕਾਨੂੰਨ ਹੈ, ਉਹ ਚਾਹੁੰਦੇ ਆ ਕਿ ਸਾਡਾ ਇਹਦੇ 'ਚ ਭਲਾ ਨਹੀਂ ਹੈ, ਤੇ ਸਿੰਪਲੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਆ। ਨੰਬਰ 1। ਨੰਬਰ 2 ਦੇ ਉੱਤੇ ਜਿਹੜੀ ਸਿੱਧੂ ਸਾਹਿਬ ਤੁਸੀਂ ਗੱਲ ਕੀਤੀ ਆ ਕਿ ਇਹਨੂੰ ਫਿਰਕੂ ਰੰਗਤ ਦਿੱਤੀ ਗਈ ਆ। ਹੁਣ ਤੱਕ ਦਾ ਜੋ ਪਿਛਲੇ 6-7 ਸਾਲ ਦਾ ਟਰੈਕ ਹੈ ਸਰਕਾਰ ਦਾ, ਭਾਜਪਾ ਗਵਰਨਮੈਂਟ ਦਾ, ਉਹ ਇਹ ਹੈਗਾ ਆ ਕਿ ਵੀ ਕਿਸੇ ਦੀ ਵੀ ਗੱਲ ਸੁਣਨੀ ਨਹੀਂ ਹੈ। ਜੋ ਆਪਣੀ ਮਨੂਵਾਦੀ ਨੀਤੀਆਂ ਆ, ਉਹ ਆਪਣਾ ਇੱਕ ਹਿੰਦੂਤਵਾ ਨੂੰ ਲੈ ਕੇ ਇੱਕ ਫਿਰਕੂ ਰੰਗ ਦਿੱਤਾ ਜਾਂਦਾ ਆ ਕਿ ਪਹਿਲਾਂ ਆਪਣਾ ਸੁਸਾਇਟੀ ਦੀ ਪੋਲਰਾਈਜੇਸ਼ਨ ਕੀਤੀ ਗਈ ਸੀ ਆਪਣਾ ਹਿੰਦੂ ਮੁਸਲਿਮ ਨੂੰ ਲੈ ਕੇ। ਹੁਣ ਆਪਣਾ ਕਿਉਂਕਿ ਕਿਸਾਨਾਂ ਨੇ ਪੰਜਾਬ 'ਚੋਂ ਲੀਡ ਕੀਤਾ, ਇਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਸਿੱਖ ਆਪਣਾ, ਹਾਲਾਂਕਿ ਕਿਸਾਨ ਹਰਿਆਣੇ ਦੇ ਵੀ ਆ, ਕਿਸਾਨ ਯੂਪੀ ਦੇ ਵੀ ਆ, ਕਿਸਾਨ ਹਰ ਪ੍ਰਾਂਤ ਦੇ ਵਿੱਚ ਐਜੀਟੇਸ਼ਨ ਕਰ ਰਹੇ ਆ, ਲੇਕਿਨ ਦਿੱਲੀ ਦੇ ਆਲੇ ਦੁਆਲੇ ਨਾਰਥ ਇੰਡੀਆ ਦੇ ਵਿੱਚ ਮੈਕਸਿਮਮ ਹੈ। ਲੇਕਿਨ ਕਿਉਂਕਿ ਕੁਝ ਮਿਸਗਾਈਡਡ ਜਿਹੜਾ ਯੂਥ ਹੈ, ਉਹਨਾਂ ਨੂੰ ਜਾਣ-ਬੁੱਝ ਕੇ ਰਸਤਾ ਦੇ ਕੇ ਗੁੰਮਰਾਹ ਕਰਕੇ ਉਹਨਾਂ ਨੂੰ ਲਾਲ ਕਿਲੇ ਤੇ ਲੈ ਕੇ ਤੇ ਉਹਨਾਂ ਨੇ ਆਪਣਾ ਜਿਹੜਾ ਨਿਸ਼ਾਨ ਸਾਹਿਬ ਆ ਉਹ ਫਹਿਰਾਇਆ। ਉਹ ਆਪਣਾ 26 ਜਨਵਰੀ ਦੇ ਉੱਤੇ ਜਿੱਥੇ 80,000 ਦੇ ਕਰੀਬ ਪੁਲਿਸ ਫੋਰਸ ਖਾਸ ਕਰਕੇ 26 ਜਨਵਰੀ ਨੂੰ ਆਪਣਾ ਸਿਕਿਉਰਿਟੀ ਦੇਖ ਰਹੀ ਸੀ, ਉਹਨਾਂ ਇਸ ਤਰ੍ਹਾਂ ਪਹੁੰਚ ਗਏ। ਉਹ ਕੋਈ 25-30 ਕਿਲੋਮੀਟਰ ਟਰੈਵਲ ਕਰਕੇ, ਕਿਸੇ ਨੇ ਨਹੀਂ ਰੋਕਿਆ। ਫਿਰ ਲਾਲ ਕਿਲੇ ਦੇ ਉੱਤੇ ਜਿੱਥੇ ਸਭ ਤੋਂ ਜ਼ਿਆਦਾ, ਜਿੱਥੇ ਕੌਮੀ ਤਿਉਹਾਰ ਹੈ, ਕੌਮੀ ਆਪਣਾ ਜਿਹੜਾ ਹੈਗਾ 26 ਜਨਵਰੀ ਦਾ ਦਿਵਸ ਹੈ, ਉਹਦੇ ਅੰਦਰ ਵੀ ਚਲੇ ਗਏ, ਝੰਡੇ ਵੀ ਲਹਿਰਾਤੇ, ਪੁਲਿਸ ਆਪਣਾ ਕੁਰਸੀਆਂ ਢਾ ਕੇ ਪਰੇ ਤਮਾਸ਼ਬੀਨ ਹੋ ਕੇ ਦੇਖ ਰਹੀ ਹੈ। ਮਕਸਦ ਕੀ ਹੈ? ਮਕਸਦ ਇਹ ਹੈਗਾ ਆ ਕਿ ਕਿਸਾਨ ਅੰਦੋਲਨ ਜਿਹੜਾ ਪੀਸਫੁਲੀ, ਸਕਸੈਸਫੁਲੀ ਪਿਛਲੇ 2 ਮਹੀਨੇ ਤੋਂ ਦਿੱਲੀ ਦੇ ਆਲੇ ਦੁਆਲੇ ਚੱਲ ਰਿਹਾ ਸੀਗਾ, ਉਹਨੂੰ ਡਿਸਕ੍ਰੈਡਿਟ ਕਿਵੇਂ ਕੀਤਾ ਜਾਵੇ, ਇਸ ਦੇ ਪਿੱਛੇ ਛੜਯੰਤਰ ਕੰਮ ਕਰ ਰਿਹਾ ਸੀਗਾ। ਔਰ ਕਾਫੀ ਹੱਦ ਤੱਕ ਜੇ ਆਪਣਾ ਗਾਜ਼ੀਪੁਰ ਵਾਲਾ ਜਿਹੜਾ ਟਕੈਤ ਵਾਲਾ ਜੇ ਆਪਣਾ ਮੋਰਚਾ ਫੇਲ ਹੋ ਜਾਂਦਾ
ਤੇ ਇਹ ਆਪਣੇ ਛੜਯੰਤਰ ਕਰਕੇ ਆਪਣੇ ਮਿਸ਼ਨ 'ਚ ਸਫਲ ਹੋ ਗਏ ਸੀ। ਇਸ ਕਰਕੇ ਆਪਣਾ ਇਹ ਕਿਸਾਨਾਂ ਨੂੰ ਢਾਹ ਜ਼ਰੂਰ ਲੱਗੀ ਆ ਮੋਮੈਂਟਰੀ, ਪਰ ਮੈਂ ਸਮਝਦਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕਿਸਾਨ ਪੂਰਵਕ ਰਹਿ ਕੇ ਆਪਣੀ ਗੱਲ ਰੱਖਦਾ ਆ ਤਾਂ ਨਾ ਤਾਂ ਸੈਂਟਰ ਗਵਰਨਮੈਂਟ ਇਹਦਾ ਕੁਝ ਵਿਗਾੜ ਸਕੇਗੀ ਜੋ ਕਿ ਉਹ ਚਾਹੁੰਦੀ ਆ, ਨਾ ਇਹਦਾ ਕੋਈ ਆਪਣੀਆਂ ਜਿਹੜੀਆਂ ਫੋਰਸਸ ਆ ਇਹਨੂੰ ਫੇਲ ਕਰਨਾ ਚਾਹੁੰਦੀਆਂ ਉਹ ਕੁਝ ਵਿਗਾੜ ਸਕਣਗੀਆਂ, ਨਾ ਹੀ ਆਪਣਾ ਜਿਹੜੇ ਇਹ ਲੋਕੀ ਜਿਨ੍ਹਾਂ ਦੀ ਸ਼ਹਿ ਤੇ ਜਾਂ ਜਿਨ੍ਹਾਂ ਨੂੰ ਮਿਸਗਾਈਡ ਕਰਕੇ ਜਾਂ ਜਿਨ੍ਹਾਂ ਨੂੰ ਸਪਲੈਂਟਰ ਗਰੁੱਪ ਦੇ ਰਾਹੀਂ ਇਹ ਕੰਮ ਕਰ ਰਹੇ ਆ ਉਹ ਵੀ ਨਹੀਂ ਕੁਝ ਕਰ ਸਕਣਗੇ। ਤੇ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਜਿਹੜਾ ਪ੍ਰਚਾਰ ਤੰਤਰ ਹੈ, ਜਿਹੜਾ ਗੋਦੀ ਮੀਡੀਆ ਆ ਔਰ ਜਿਹੜਾ ਕਿ ਇਹਨੂੰ ਇੱਕ ਅਲੱਗ ਫਿਰਕੂ ਰੰਗ ਦੇਣੀ ਚਾਹੁੰਦਾ ਆ, ਉਹ ਵੀ ਨਹੀਂ ਕਾਮਯਾਬ ਹੋਏਗਾ। ਉਸ ਮੁੱਦੇ ਤੇ ਮੈਂ ਵਾਪਸ ਆਵਾਂਗਾ। ਲੱਦੜ ਸਾਹਿਬ, ਇਹ ਵੀ ਕਾਫੀ ਵੱਡਾ ਮੁੱਦਾ ਹੈ। ਕਾਂਜੀ ਜੀ, ਇਸ ਮਾਮਲੇ ਤੇ ਲੱਦੜ ਸਾਹਿਬ ਨੇ ਚਰਚਾ ਕੀਤੀ ਹੈਗੀ ਹੈ ਕਿ ਕਿਸ ਤਰੀਕੇ ਨਾਲ ਇੱਕ ਜਿਹੜਾ ਕਿਸਾਨ ਤੇ ਮਜ਼ਦੂਰਾਂ ਦਾ ਅੰਦੋਲਨ, ਉਹਨਾਂ ਦੇ ਆਪਣੇ ਮੁੱਦਿਆਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਸਾਰੇ ਦੇਸ਼ ਨਾਲ ਜੁੜਿਆ ਹੋਇਆ ਮੁੱਦਾ ਹੈ, ਕੇਵਲ ਕਿਸਾਨਾਂ ਤੇ ਮਜ਼ਦੂਰਾਂ ਨਹੀਂ। ਉਹਨਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਥਾਂ ਤੇ ਕਿਉਂ ਇਸ ਨੂੰ ਇੱਕ ਖਾਸ ਕਿਸਮ ਦੀ ਰੰਗਤ ਦੇ ਕੇ ਇਹੋ ਜਿਹੀ ਕਿਹੜੀ ਵੱਡੀ ਗੱਲ ਵਾਪਰ ਗਈ, ਕਿਹੜਾ ਪਾਣਾ ਵਾਪਰ ਗਿਆ ਕਿ ਲਗਾਤਾਰ 26 ਜਨਵਰੀ ਤੋਂ ਲੈ ਕੇ ਇਹਨਾਂ ਮੁੱਦਿਆਂ ਨੂੰ ਛੱਡ ਕੇ ਇੱਕੋ ਪਾਸੇ ਵੱਲ ਨੂੰ ਸਾਰੀ ਗੱਲ ਚੱਲ ਰਹੀ ਹੈ। ਕੇਸ ਦਰਜ ਕਰ ਲਓ, ਦੇਸ਼ ਵਿਰੋਧੀ ਗੱਲਾਂ, ਦੂਜੇ ਮਾਮਲੇ, ਸਾਰਾ ਜਣੀ ਕਿਧਰੇ ਕਿਸਾਨ ਅੰਦੋਲਨ ਦੇ ਮੁੱਦੇ ਤਾਂ ਨਜ਼ਰ ਹੀ ਨਹੀਂ ਆ ਰਹੇ, ਹੋਰ ਹੀ ਕੁਝ ਉਭਾਰ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹ ਜਾਣਬੁੱਝ ਕੇ ਸਾਰਾ ਵਰਤਾਰਾ ਇਸ ਪਾਸੇ ਵੱਲ ਨੂੰ ਖਿੱਚ ਕੇ ਕੀਤਾ ਗਿਆ ਹੈ। ਜੀ ਕਮਲਜੀਤ ਜੀ, ਇਹ ਜੋ ਲੱਦੜ ਸਾਹਿਬ ਨੇ ਵੀ ਪਹਿਲਾਂ ਕਿਹਾ, ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਜ਼ਰੂਰ ਸੀ ਸੈਂਟਰਲ ਗਵਰਨਮੈਂਟ ਦੀ ਕਿ ਇਹ ਸਾਰੇ ਮੁੱਦੇ ਨੂੰ ਇੱਕ ਨਵੀਂ ਰੰਗਤ ਦੇ ਦਿੱਤੀ ਜਾਵੇ। ਉਹਦੇ ਨਾਲ ਹੋਇਆ ਕਿ ਦੇਖੋ ਕੋਈ ਇਹਨਾਂ ਦਾ ਕਾਮਨ ਆਬਜੈਕਟ ਨਹੀਂ ਹੈ। ਕਾਨੂੰਨੀ ਤੌਰ ਤੇ ਸੋਚਿਆ ਜਾਏ, ਨਾ ਤੇ ਅਨਲॉफुल ਅਸੈਂਬਲੀ ਸੀ, ਨਾ ਇਸ ਅਸੈਂਬਲੀ ਦਾ ਕੋਈ ਕਾਮਨ ਆਬਜੈਕਟ ਸੀ ਕਿ ਅਨਲॉफुल ਐਕਟ ਕਰਨਾ ਹੈ, ਅਸੀਂ ਕਿਸੇ ਨੂੰ ਡਰਾਉਣਾ ਹੈ, ਅਸੀਂ ਕਿਸੇ ਨੂੰ ਧਮਕਾਉਣਾ ਹੈ, ਅਸੀਂ ਕਿਸੇ ਨੂੰ ਇਨਸਲਟ ਕਰਨਾ ਹੈ, ਅਸੀਂ ਕਿਸੇ ਨੂੰ ਜਾ ਕੇ ਕਿਸੇ ਨੂੰ ਹਰਟ ਕਰਨਾ ਹੈ। ਕੋਈ ਕਾਨੂੰਨੀ ਤੌਰ ਤੇ ਐਸਾ ਮੁੱਦਾ ਨਹੀਂ ਸੀ ਜਿਹਦੇ ਕਰਕੇ ਇਹ FIR ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ, FIR ਵਗੈਰਾ ਹੋ। ਸਾਰੇ ਦੇ ਸਾਰੇ ਕਿਸਾਨ ਆਗੂ ਹਮੇਸ਼ਾ ਇਹ ਕਹਿੰਦੇ ਰਹੇ ਕਿ ਅਸੀਂ ਪੀਸਫੁਲੀ ਮਾਰਚ ਕਰਨਾ, ਆਪਣੀ ਪ੍ਰੋਟੈਸਟ ਮਾਰਚ ਕਰਨੀ, ਔਰ ਇਹ ਪ੍ਰੋਟੈਸਟ ਮਾਰਚ ਦੇ ਇਹਨਾਂ ਰਸਤਿਆਂ ਵਿੱਚੋਂ ਨਿਕਲੇਗੀ। ਹੁਣ ਅਨਫੋਰਚੂਨੇਟ ਪਾਰਟ ਜਿਹੜੇ ਲੋਕ ਹੁਣ ਮੀਡੀਆ ਤੇ ਗਾ ਰਹੀ ਹੈ ਕਿ ਜਿਹੜੇ ਰਸਤੇ ਤੇ ਇਹਨਾਂ ਨੇ ਪ੍ਰੋਟੈਸਟ ਮਾਰਚ ਦਾ ਦਿੱਲੀ ਪੁਲਿਸ ਨੇ ਲਿਖਿਆ ਸੀ, ਉਸ ਰਸਤੇ ਤੇ ਬੈਰੀਕੇਡ ਲਗਾ ਦਿੱਤੇ, ਉਸ ਰਸਤੇ ਦੇ ਉੱਤੇ ਤੁਸੀਂ ਪੁਲਿਸ ਫੋਰਸ ਬਿਠਾਈ ਹੋਈ ਹੈ ਤਾਂ ਕਿ ਇਹ ਕਿਸਾਨ ਮਾਰਚ ਅੱਗੇ ਮੂਵ ਨਾ ਕਰਨ, ਔਰ ਸਾਈਡਾਂ ਦੇ ਕੋਈ ਰਸਤੇ ਹੋਰ ਖੋਲੇ ਹੋਏ ਨੇ। ਉਹਨਾਂ ਦਾ ਪਰਪਸ ਕੀ ਸੀ? ਦੂਜੀ ਗੱਲ, ਇਹ ਫੈਕਚੁਅਲੀ ਕਰੈਕਟ ਹੈ ਕਿ ਦਿੱਲੀ ਰੈਜ਼ੀਡੈਂਟਸ ਨੇ ਉੱਥੇ ਕਿਸਾਨ ਮਾਰਚ ਦੇ ਦੌਰਾਨ ਨਾ ਕਿ ਸਿਰਫ ਤਾੜੀਆਂ ਮਾਰ ਕੇ ਕਿਸਾਨਾਂ ਦਾ ਵੈਲਕਮ ਕੀਤਾ, ਬਟ ਉਹਨਾਂ ਦੇ ਲੰਗਰ ਲਗਾ ਕੇ ਦਿੱਲੀ ਰੈਜ਼ੀਡੈਂਟਸ ਨੇ ਸੇਵਾ ਕੀਤੀ, ਚਾਹ ਪਾਣੀ ਫੁਲਕਾ ਰੋਟੀ ਉਹਨਾਂ ਨੂੰ ਦਿੱਤੀ ਕਿਸਾਨਾਂ ਨੂੰ। ਉੱਥੇ ਓਪਨਲੀ ਦਿੱਲੀ ਦੇ ਰੈਜ਼ੀਡੈਂਟਸ ਇਹਨਾਂ ਕਿਸਾਨਾਂ ਦੇ ਨਾਲ ਹਮਦਰਦੀ ਪੇਸ਼ ਕਰਦੇ ਹੋਏ, ਇਹਨਾਂ ਦੇ ਮੁੱਦੇ ਦੇ ਨਾਲ ਹਮਦਰਦੀ ਪੇਸ਼ ਕਰਦੇ ਹੋਏ ਉਹ ਇਹਨਾਂ ਦੇ ਹਮੇਸ਼ਾ ਨਾਲ ਰਹੇ। ਤੁਸੀਂ ਵੇਖੋ ਦਿੱਲੀ ਦੇ ਵਿੱਚ ਲੱਖਾਂ ਕਿਸਾਨ ਉਸ ਦਿਨ ਪ੍ਰੋਟੈਸਟ ਮਾਰਚ ਤੇ ਗਏ ਨੇ ਔਰ ਲੱਖਾਂ ਹੀ ਟਰੈਕਟਰ ਗਏ ਨੇ। ਤੁਸੀਂ ਇੱਕ ਇਨਸੀਡੈਂਟ ਦੱਸੋ ਦਿੱਲੀ ਦੇ ਰੈਜ਼ੀਡੈਂਟ ਦਾ ਜਿੱਥੇ ਕੋਈ ਸ਼ਾਪ ਵੈਂਡਲਾਈਜ਼ ਕੀਤੀ ਜਾਵੇ, ਜਿੱਥੇ ਕਿਸੇ ਦੇ ਘਰ ਨੂੰ ਕੋਈ ਹਾਰਮ ਪਹੁੰਚਾਇਆ ਜਾਵੇ, ਜਿੱਥੇ ਕਿਸੇ ਦੀ ਪ੍ਰਾਪਰਟੀ ਨੂੰ ਹਾਰਮ ਪਹੁੰਚਾਇਆ ਹੋਵੇ ਕਿਸੇ ਕਿਸਾਨ ਨੇ ਜਾਂ ਕਿਸੇ ਵੀ ਮਾਰਚਰ ਨੇ, ਔਰ ਜਿਹੜੇ ਤੁਸੀਂ ਰੂਟ ਤੈਅ ਕੀਤੇ ਉਹਨਾਂ ਰੂਟਾਂ ਦੇ ਉੱਤੇ ਹੀ ਸਾਰੀ ਮਾਰਚ ਚੱਲ ਰਹੀ ਹੈ। ਔਰ ਜੇ ਤੁਸੀਂ ਇਹ ਕਹੋ ਥੋੜੇ ਜਿਹੇ ਬੰਦੇ ਜਾ ਕੇ ਰੈੱਡ ਗਏ, ਉਸ ਵੱਲੋਂ ਵੀ ਬੜਾ ਹੈਰਾਨ ਹੋਇਆ। ਕਾਰਨ ਇਹ ਹੈ ਕਿ ਰੈੱਡ ਫੋਰਟ ਦੀ ਸਿਕਿਉਰਿਟੀ, ਰੈੱਡ ਫੋਰਟ ਜਿਹੜਾ ਨੈਸ਼ਨਲ ਇੰਪੋਰਟੈਂਸ ਤੇ ਹੈ, ਇੰਟਰਨੈਸ਼ਨਲ ਇੰਪੋਰਟੈਂਸ ਦੀ ਸਾਡੀ ਮੋਨੂਮੈਂਟ ਹੈ। 15 ਅਗਸਤ ਦਾ ਸਾਡਾ ਝੰਡਾ ਉੱਥੇ ਚਲਾਉਂਦੇ ਆ, ਹੁਣ ਵੀ ਖੈਰ ਤਿਰੰਗਾ ਝੰਡਾ ਤੇ ਉਸੇ ਤਰ੍ਹਾਂ ਹੀ ਉੱਥੇ ਝੂਲਦਾ ਰਹੇਗਾ ਔਰ ਝੂਲਦਾ ਸਹੀ। ਮੇਰੇ ਕਹਿਣ ਦਾ ਮਤਲਬ ਹੈ ਇੰਨੀ ਪੈਰਾਮਿਲਟਰੀ ਫੋਰਸ ਉੱਥੇ ਡਿਪਲੋਇਡ ਹੈ, ਇਹਨੇ ਦਿੱਲੀ ਪੁਲਿਸ ਦੇ ਉੱਥੇ ਪਰਸਨਲ ਐਮਪਲੋਇਡ ਨੇ, ਉਹ ਸਾਰੇ ਕਿੱਥੇ ਸੀ ਰੈੱਡ ਫੋਰਟ ਵਿੱਚ? ਕਿਆ ਇੰਨਾ ਈਜ਼ੀ ਹੈ ਕਿ ਰੈੱਡ ਫੋਰਟ ਵਿੱਚ 200 ਬੰਦਾ ਜਦੋਂ ਮਰਜ਼ੀ ਕਰੇ ਜਦੋਂ ਮਰਜ਼ੀ ਚਲਾ ਜਾਏ? ਕਿਆ ਸਾਡੀ ਇਹ ਨੈਸ਼ਨਲ ਮੋਨੂਮੈਂਟ ਲਈ ਇੰਨਾ ਈਜ਼ੀ ਸੀ ਅੰਦਰ ਜਾਣਾ? ਆਫਟਰ ਆਲ ਕਿਲਾ ਹੈ, ਇਹਨਾਂ ਤਾਂ ਈਜ਼ੀ ਨਹੀਂ ਕਿ ਅਸੀਂ ਕੋਠੀ ਵਿੱਚ ਐਂਟਰ ਕਰਨਾ। ਜੇ ਤੁਸੀਂ ਕਿਲੇ ਦੀ ਇਹ ਸਿਕਿਉਰਿਟੀ ਰੱਖੀ ਹੋਈ ਹੈ
ਤੇ ਇਸ ਤੋਂ ਤਾਂ ਸਾਫ਼ ਜ਼ਾਹਿਰ ਹੋ ਰਿਹਾ ਕਿ ਕੁਛ ਨਾ ਕੁਛ ਇਹਦੇ ਪਿੱਛੇ ਜ਼ਰੂਰ ਸੈਂਟਰਲ ਗਵਰਨਮੈਂਟ ਦੀ ਕੋਈ ਸਾਜ਼ਿਸ਼ ਹੈ ਕਿ ਇਹਨੂੰ ਡਿਸਕ੍ਰੈਡਿਟ ਕਰਨ ਦੀ। ਜਿਹੜੇ ਇਹਨਾਂ ਨੇ FIR ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ, ਹੁਣ ਉਹ FIR ਕਿਹਨਾਂ ਧਾਰਾਵਾਂ ਥੱਲੇ ਹੋ ਸਕਦੇ ਨੇ? ਅਨਲਾਫੁਲੀ ਅਸੈਂਬਲੀ ਦੇ ਜਿਹੜੇ ਇਨਗਰੀਡੀਐਂਟਸ ਨੇ ਉਹਦੇ 'ਚ ਨਹੀਂ ਫਾਲ ਕਰਦੇ, ਰॉयल्स ਦੇ ਇਨਗਰੀਡੀਐਂਟਸ ਨੇ ਉਹਦੇ 'ਚ ਨਹੀਂ ਫਾਲ ਕਰਦੇ। ਜੇ ਉਹ ਕਹਿਣ ਜੀ ਤੁਸੀਂ ਦੇਸ਼ ਦੀ ਅਖੰਡਤਾ ਦੀ ਕੋਈ ਗੱਲ ਕਰਦੇ ਹੋ, ਅਸੀਂ ਤਾਂ ਦੇਸ਼ ਦੇ ਸੇਵਕ ਆ, ਅਸੀਂ ਸਾਡੇ ਹੀ ਬੱਚੇ ਨੇ ਜਿਹੜੇ ਉੱਥੇ ਪੁਲਿਸ ਜਾਂ ਪੈਰਾਮਿਲਟਰੀ ਫੋਰਸ ਦੇ ਜਾਂ ਆਰਮੀ 'ਚ ਬੈਠੇ ਨੇ। ਇਸ ਤੋਂ ਵੱਡਾ ਕਿਸਾਨ ਤੋਂ ਵੱਡਾ ਦੇਸ਼ ਦਾ ਸੇਵਕ ਹੋਰ ਕੋਈ ਨਹੀਂ ਹੋ ਸਕਦਾ। ਅੰਨਦਾਤਾ ਹੋਣ ਦੀ ਬਜਾਏ ਕਿਸਾਨਾਂ ਦੀਆਂ ਫੈਕਟਰੀਜ਼ ਨੇ ਜੋ ਦੇਸ਼ ਦੀ ਸੇਵਾ ਕੀਤੀ ਹੈ। ਮੇਰਾ ਖਿਆਲ ਹੈ ਕੌਮ ਨੂੰ ਹਮੇਸ਼ਾ ਉਹਦਾ ಋਣੀ ਰਹਿਣਾ ਪਏਗਾ। ਔਰ ਇਹ ਕਹਿਣਾ ਕਿ ਤੁਸੀਂ ਵਾਇਲੈਂਸ ਇਨਸਾਈਟ ਕੀਤੀ ਹੈ ਜਾਂ ਤੁਸੀਂ ਕੋਈ ਕਾਨੂੰਨ ਨੂੰ ਆਪਣੇ ਹੱਥੇ ਲਿਆ। ਮੈਂ ਅੱਜ ਬਾਬਰੀ ਮਸਜਿਦ ਦਾ ਵਰਡਿਕਟ ਆਇਆ ਸੀ ਲਖਨਊ ਦੇ ਕੋਰਟ ਤੋਂ, CBI ਦਾ ਜਿਹੜਾ ਕੇਸ ਸੀ ਬਾਬਰੀ ਮਸਜਿਦ ਤੋਂ ਢਾਈ ਗਈ ਸੀ। ਉਹ ਵਰਡਿਕਟ ਨੂੰ ਮੈਂ ਦੇਖ ਰਿਹਾ ਸੀ ਤੇ ਮੈਂ ਸੋਚ ਰਿਹਾ ਸੀ, ਦੱਸੋ ਉਦੋਂ BJP ਦੇ ਨੇਤਾ, ਵੱਡੇ ਵੱਡੇ ਨੇਤਾ ਦੇ ਵਿੱਚ ਨਾਮ ਹੈਗੇ ਨੇ ਉਸ ਕੇਸ ਦੇ ਵਿੱਚ, ਉਸ FIR ਦੇ ਵਿੱਚ ਬੜੇ ਵੱਡੇ ਨੇਤਾ ਦੇ ਨਾਮ ਸੀਗੇ। ਉੱਥੇ ਸਿਰਫ ਇਸੇ ਪੁਆਇੰਟ ਦੇ ਉੱਤੇ ਕਿ ਇਹ ਨੇਤਾ ਗਏ ਜ਼ਰੂਰ ਸੀ, ਲੇਕਿਨ ਇਹਨਾਂ ਦਾ ਕੋਈ ਕਾਮਨ ਆਬਜੈਕਟ ਨਹੀਂ ਸੀ ਕਿ ਮਸਜਿਦ ਢਾਣਾ। ਇਹਨਾਂ ਦਾ ਕਾਮਨ ਆਬਜੈਕਟ ਨਹੀਂ ਸੀ ਕਿ ਉਹ ਕਿਸੇ ਨੂੰ ਇਹ ਕਹਿਣਾ ਕਿ ਤੁਸੀਂ ਉਹਨਾਂ ਦੇ ਗੋਬੰਦ ਤੇ ਜਿਹੜਾ ਟੌਮ ਵਗੈਰਾ ਬਣੇ ਉਹਨਾਂ ਤੇ ਚੜ ਜਾਓ। ਲੇਕਿਨ ਇਹ ਉਹ ਕਿਉਂਕਿ ਉਹਦੇ ਪੇਟ ਚਾਲੇ ਕੁਝ ਬੰਦਿਆਂ ਨੇ ਇਨਸਾਈਟ ਕੀਤਾ ਤੇ ਉਹ ਚਲੇ ਗਏ। ਸੋ ਕੋਰਟ ਨੇ ਬਰੀ ਕਰ ਦਿੱਤੇ ਨਾ ਸਾਰੇ ਨੇਤਾਵਾਂ ਨੂੰ। ਇਹ ਜਜਮੈਂਟ ਸਾਡੇ ਪਬਲਿਕ ਡੋਮੇਨ ਦੇ ਵਿੱਚ ਹੈਗੀ ਜਜਮੈਂਟ, ਗਵਰਨਮੈਂਟ ਜਜਮੈਂਟ ਨੂੰ ਐਕਸੈਪਟ ਕਰ ਰਹੀ ਹੈਗੀ ਹੈ। ਵੱਡੇ ਵੱਡੇ ਨੇਤਾ ਉਹਨਾਂ ਨੂੰ ਪ੍ਰਸ਼ੰਸਾ ਦੇ ਪੱਤਰ ਮਿਲੇ ਇਸ ਪੁਆਇੰਟ ਦੇ ਉੱਤੇ ਕਿ ਉਹਨਾਂ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ। ਇਸ ਤੋਂ ਅੱਗੇ ਇੱਕ ਮੁੱਦਾ ਹੋਰ ਲਿਆਂਦਾ ਰੀਸੈਂਟਲੀ ਲਾਸਟ ਇਲੈਕਸ਼ਨ ਦੇ ਵਿੱਚ, ਅੱਜ ਵੀ ਉਹ ਕੰਟਰੀ ਦੇ ਫਾਈਨੈਂਸ ਮਿਨਿਸਟਰ ਨੇ ਜਾਂ ਡਿਪਟੀ ਫਾਈਨੈਂਸ ਮਿਨਿਸਟਰ ਨੇ। ਤੁਸੀਂ ਦੇਖੋ ਕੰਟਰੀ ਦਾ ਡਿਪਟੀ ਫਾਈਨੈਂਸ ਮਿਨਿਸਟਰ ਆਪਣੀ ਕਨਸਟੀਟੂਐਂਸੀ ਤੇ ਬਾਹਰ ਜਾ ਕੇ ਕਹਿੰਦਾ ਹੈ ਕਿ ਗੋਲੀ ਮਾਰੋ इन सालों को। ਕੋਈ ਇਨਸਾਈਟ ਵਾਇਲੈਂਸ ਨੂੰ ਇਨਸਾਈਟ ਕਰਨ ਦਾ ਕੋਈ FIR ਨਹੀਂ ਹੋਇਆ। ਬੜੇ ਲੋਕਾਂ ਨੇ ਇਹਦੀ ਚਰਚਾ ਵੀ ਕੀਤੀ, ਕਈ ਵਾਰੀ ਕੋਰਟ ਤੱਕ ਵੀ ਪਹੁੰਚੇ ਬੰਦੇ। ਕਿਆ ਹੋਇਆ? ਉਹ ਅੱਜ ਵੀ ਬੰਦਾ ਮੈਂਬਰ ਪਾਰਲੀਮੈਂਟ ਹੈ, ਉਹ ਅੱਜ ਵੀ ਬੰਦਾ ਫਾਈਨੈਂਸ ਮਿਨਿਸਟਰੀ ਦਾ ਪੋਰਟਫੋਲੀਓ ਹੋਲਡ ਕਰ ਰਹੇ ਨੇ। ਔਰ ਇੱਥੇ ਕਿਸਾਨਾਂ ਦਾ ਮੈਂ ਕਹਿਣਾ ਚਾਹੁੰਦਾ, ਸਿੱਧੂ ਸਾਹਿਬ ਮੈਂ ਕਹਿਣਾ ਚਾਹੁੰਦਾ, ਕਿਸਾਨਾਂ ਨੂੰ ਲੀਡਰਾਂ ਨੂੰ ਜਦੋਂ ਪਤਾ ਲੱਗਿਆ ਕਿ ਜੀ ਉੱਥੇ ਰੈੱਡ ਫੋਰਟ ਵਿੱਚ ਕੋਈ ਐਸੀ ਗੱਲ ਹੋਈ ਹੈ, ਰਿਪੀਟਡਲੀ ਉਹਨਾਂ ਨੇ ਮਾਈਕ੍ਰੋਫੋਨ ਦੇ ਉੱਤੇ ਹਰ ਇੱਕ ਨੂੰ ਐਡਰੈਸ ਕੀਤਾ ਵੀ ਭਾਈ ਅਸੀਂ ਇਸ ਕੰਮ ਲਈ ਨਹੀਂ ਇੱਥੇ ਆਏ ਸੀ। ਔਰ ਇਹੀ ਨਹੀਂ, ਉਸ ਤੋਂ ਥੋੜੀ ਦੇਰ ਬਾਅਦ ਪ੍ਰੋਟੈਸਟ ਕਰਕੇ ਸਾਰਿਆਂ ਨੂੰ ਡਾਇਰੈਕਟ ਕੀਤਾ ਕਿ ਤੁਸੀਂ ਕਿਰਪਾ ਕਰਕੇ ਵਾਪਸ ਆਪਣੇ ਆਪਣੇ ਬਾਰਡਰ ਤੇ ਵਾਪਸ ਚਲੇ ਜਾਓ। ਜੀ ਬਿਲਕੁਲ। ਜਿਹੜਾ ਕਮਲ ਜੀ, ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਤੁਹਾਡੇ ਨਾਲ ਜੁੜੇ ਇਸ ਮੁੱਦੇ ਤੇ ਸਵਾਲ ਜ਼ਰੂਰ ਲੈਣਾ ਚਾਹਾਂਗਾ। ਸਭ ਤੋਂ ਵੱਡਾ ਜਿਹੜਾ ਮਾਮਲਾ ਉੱਥੇ ਖੜਾ ਕੀਤਾ ਜਾ ਰਿਹਾ ਇਸ ਮੁੱਦੇ ਨੂੰ ਲੈ ਕੇ ਜੀ, ਕਿ ਲਾਲ ਕਿਲੇ ਦੇ ਅੰਦਰ ਜਿਹੜਾ ਹੈਗਾ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਚਲਾ ਦਿੱਤਾ ਗਿਆ। ਜਦੋਂ ਤੁਸੀਂ ਬਾਬਰੀ ਮਸਜਿਦ ਦਾ ਜਿਹੜਾ ਫਤਵਾ ਹੈ, ਫੈਸਲਾ ਹੈ, ਉਹਦੀ ਗੱਲ ਕਰ ਰਹੇ ਹੋ, ਤਾਂ ਕੀ ਜਿਹੜਾ ਉੱਥੇ ਨਿਸ਼ਾਨ ਸਾਹਿਬ ਚਲਾਉਣ ਦੇ ਨਾਲ ਤੁਹਾਨੂੰ ਲੱਗਦਾ ਹੈ ਕੋਈ ਦੇਸ਼ ਦੀ ਬਗਾਵਤ ਦੀ ਉਹਦੇ ਚੋਂ ਬੂ ਆਉਂਦੀ ਹੈ ਜਾਂ ਕੋਈ ਬਹੁਤ ਵੱਡੀ ਵਾਇਲੇਸ਼ਨ ਹੋ ਗਈ ਹੈ ਕਿ ਐਡਾ ਵੱਡਾ ਵਾਵੇਲਾ ਖੜਾ ਕੀਤਾ ਗਿਆ ਬਾਬਰੀ ਮਸਜਿਦ ਦੇ ਮੁਕਾਬਲੇ 'ਚ? ਉੱਥੇ ਕੀ ਹੋ ਗਿਆ ਐਸਾ ਕਿ ਲੱਗਦਾ ਕਿ ਜਿਵੇਂ ਦੇਸ਼ ਹੀ ਹਿੱਲ ਗਿਆ ਸਾਰਾ? ਸਿੱਧੂ ਸਾਹਿਬ, ਮੈਂ ਇੱਕ ਗੱਲ ਮੰਨਣ ਨੂੰ ਤਿਆਰ ਹਾਂ ਕਿ ਅਸੀਂ ਸੈਕੂਲਰ ਸਟੇਟ ਆ। ਸਾਡੇ ਸਟੇਟ ਦਾ, ਜਿੱਥੇ ਸੈਕੂਲਰ ਸਟੇਟਸ ਹੁੰਦੀਆਂ ਉਹਨਾਂ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ। ਔਰ ਮੇਰੇ ਇਹ ਕਹਿਣ ਤੋਂ ਪਹਿਲਾਂ ਜਸਟਿਸ ਕਟਜੂ ਨੇ ਬੜਾ ਸੋਹਣਾ ਲਿਖਿਆ। ਉਹਨਾਂ ਕਿਹਾ ਤੁਸੀਂ ਸੈਕੂਲਰ ਸਟੇਟ ਦਾ ਰੱਖਿਆ ਹੀ ਕੋਈ ਨਹੀਂ ਹੈਗਾ ਇਹਦੇ ਚ ਅੰਦਰ। ਤੁਸੀਂ ਆਪਣੀ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਬਣਾਉਣ ਲਈ ਉੱਥੇ ਹਵਨ ਕਰਾ ਰਹੇ ਹੋ ਜਾਂ ਉੱਥੇ ਪੂਜਾ ਕਰ ਰਹੇ ਹੋ, ਤੁਸੀਂ ਕੋਈ ਦਰਸਾਉਣਾ ਚਾਹੁੰਦੇ ਹੋ ਕਿ ਇਹ ਜਿਵੇਂ ਹਿੰਦੂ ਰਾਜ ਬਣ ਗਿਆ। ਪਰ ਹੈਵਿੰਗ ਸੈਡ ਦੈਟ, ਮੈਂ ਕੋਈ ਇਸ ਮੁੱਦੇ ਨੂੰ ਇਹ ਨਹੀਂ ਕਹਿਣਾ ਚਾਹੁੰਦਾ ਕਿ ਉੱਥੇ ਝੰਡਾ ਲੱਗਿਆ ਜਾਂ ਉਹਦੇ ਵਿੱਚ ਨਿਸ਼ਾਨ ਸਾਹਿਬ ਲੱਗਿਆ। ਸਾਡੀ ਰੈੱਡ ਫੋਰਟ ਦੇ ਲਈ ਸਾਡੀਆਂ ਕੁਰਬਾਨੀਆਂ ਬਹੁਤ ਉੱਚੀਆਂ ਨੇ। ਇਸ ਰੈੱਡ ਫੋਰਟ ਇਹ ਸਿਰਫ ਸਾਡੇ ਇੱਕ ਨੈਸ਼ਨਲ ਮੋਨੂਮੈਂਟ ਨਹੀਂ, ਇਹਦੇ ਪਿੱਛੇ ਬੜੀ ਕੁਰਬਾਨੀ ਹੈ ਦੇਸ਼ ਦੀ। ਔਰ ਇਸੇ ਕਰਕੇ 15 ਅਗਸਤ ਨੂੰ ਝੰਡਾ ਇੱਥੇ ਲਗਾਇਆ ਜਾਂਦਾ ਹੈ। ਇਹ ਸਾਡੀ ਫਰੀडम ਦਾ ਠੀਕ ਹੈ। तो मैं ਉਹਨੂੰ ਕੋਈ ਜਾਇਜ਼ ਨਹੀਂ ਕਹਿ ਰਿਹਾ ਕਿ ਸਾਨੂੰ ਕਿਸੇ ਤਰ੍ਹਾਂ ਦਾ ਵੀ ਉੱਥੇ ਮੋਨੂਮੈਂਟ ਤੇ ਝੰਡਾ ਚੁਲਾਣਾ ਚੰਗਾ ਸੀ। ਪਰ ਇਹ ਝੰਡਾ ਚੁਲਾਇਆ ਕਿਨੇ? ਕੋਈ ਇਨਵੈਸਟੀਗੇਟ ਤੇ ਕਰੋ, ਵੇਖੋ ਤੇ ਸਹੀ। ਉਹਨਾਂ ਪੈਰਾਮਿਲਟਰੀ ਫੋਰਸਿਸ ਨੂੰ ਅਮਿਤ ਸ਼ਾਹ ਜੀ ਜਾ ਕੇ ਹਸਪੀਟਲ ਜਾ ਕੇ ਉਹਨਾਂ ਨੂੰ ਸ਼ਾਬਾਸ਼ ਦੇ ਰਹੇ ਨੇ, ਦਿੱਲੀ ਪਰਸਨਲ ਵਾਲਿਆਂ ਨੂੰ, ਪੁਲਿਸ ਪਰਸਨਲ ਨੂੰ ਜਿਹੜੇ ਉਹ ਕਹਿੰਦੇ ਇੰਜਰਡ ਨੇ। ਕਿਆ ਉਹਨਾਂ ਨੂੰ ਇਹ ਨਹੀਂ ਪੁੱਛਿਆ ਜਾ ਸਕਦਾ ਵੀ ਕਿਸੇ ਨੇ ਤੁਹਾਨੂੰ ਇਹ ਕਿਹਾ ਸੀ ਵੀ ਤੁਸੀਂ ਬਿਲਕੁਲ ਖਾਲੀ ਕਰ ਦਿਓ ਰੈੱਡ ਫੋਰਟ ਨੂੰ? ਕਿਨੇ ਆਰਡਰ ਪਾਸ ਕੀਤਾ? ਜੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਸੀ। ਜੀ ਬਿਲਕੁਲ ਠੀਕ ਹੈ ਕਿ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਥੈਂਕ ਯੂ ਵੈਰੀ ਮਚ ਕਮਜੀ ਜੀ।
थैंक यू वेरी मच सिद्धू साहब। एट द बेस्ट जी जी कि ऑफेंसिव ना हो, कोई भी ऐसा ਦਾ ਕੰਮ ਨਾ ਕਰਨਾ ਜਿਹੜਾ ਕਿ ਆਫੈਂਸਿਵ ਹੋਵੇ, ਪਰ ਉਹਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਪਰਮਿਟ ਕਰ ਦਿਓ ਕਿ ਲਾਲ ਕਿਲੇ ਵਿੱਚ ਚਲੇ ਜਾਣਾ। ਇਹ ਜਿਨ੍ਹਾਂ ਨੂੰ ਪਰਮਿਟ ਕੀਤਾ ਗਿਆ ਹੈ, ਬੜੀਆਂ ਵਾਇਰਲ ਹੋ ਗਈਆਂ ਹੋਈਆਂ ਵੀਡੀਓ, ਉਹ ਇਹਨਾਂ ਦੇ ਆਪਣੇ ਸ਼ਾਇਦ ਬੰਦੇ ਰੱਖੇ ਹੋਏ ਨੇ ਔਰ ਇਸ ਤਰ੍ਹਾਂ ਪਰਮਿਟ ਕੀਤਾ ਜਿਵੇਂ ਉਹ ਈਜ਼ੀਲੀ ਅੰਦਰ ਸੈਰ ਕਰਦੇ ਜਾ ਰਹੇ ਨੇ। ਸੋ ਇਹ ਬੜੀ ਮਾੜੀ ਗੱਲ ਹੋਈ ਹੈ, ਜੋ ਵੀ ਹੋਇਆ ਹੈ ਬਹੁਤ ਮਾੜੀ ਗੱਲ ਹੈ। ਔਰ ਇਸ ਤਰ੍ਹਾਂ ਦਾ ਡਿਸਕ੍ਰੈਡਿਟ, ਇਸ ਤਰ੍ਹਾਂ ਦੀ ਪੋਲਿਟਿਕਸ, ਫਾਰਮਰਸ ਐਜੀਟੇਸ਼ਨ ਇਹ ਲਿਆਉਣ ਜਿਹੜੀ ਬਹੁਤ ਪੀਸਫੁਲ ਹੈ, ਇਹ ਮੇਰਾ ਖਿਆਲ ਹੁਣ ਸੈਂਟਰਲ ਸਰਕਾਰ ਵੀ ਤੇ ਸਟੇਟ ਗਵਰਨਮੈਂਟ ਵੀ ਕੁਝ ਹੱਦ ਤੱਕ ਯੂਪੀ ਔਰ ਹਰਿਆਣਾ ਦੀ ਐਕਸਪੋਜ਼ ਹੋ ਚੁੱਕੀਆਂ ਨੇ। ਓਕੇ, ਥੈਂਕ ਯੂ ਵੈਰੀ ਮਚ। ਬਹੁਤ ਅਹਿਮ ਮੁੱਦਾ ਜਿਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਪਰ ਆਪਾਂ ਹੁਣ ਬ੍ਰੇਕ ਲੈਣੀ ਪੈਣੀ ਹੈ। ਹੁਣ ਲੈਣਾ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਸਿੱਧੂ ਸਾਹਿਬ, ਜਿਸ ਮੁੱਦੇ ਤੇ ਲੱਦਰ ਸਾਹਿਬ ਨੇ ਪਹਿਲਾਂ ਕੌਣ ਜੀ ਨੇ ਇਸ ਮਾਮਲੇ ਨੂੰ ਲਿਆ ਹੈ, ਲੋਕਾਂ ਤੇ ਕਿਸਾਨਾਂ ਦੀ ਗੱਲ ਕਰ ਲਈਏ ਆਪਾਂ, ਚਾਹੇ ਦੇਸ਼ ਦੇ ਲੋਕਾਂ ਦੀ ਗੱਲ ਕਰ ਲਈਏ, ਮੁੱਦਾ ਤਾਂ ਹੈਗਾ ਤਿੰਨੇ ਖੇਤੀ ਕਾਨੂੰਨ, MSP। ਉਹਨਾਂ ਦੀ ਬਜਾਏ ਜਿਹੜਾ ਹੈਗਾ ਕਿਉਂ ਇਸ ਸਾਰੇ ਮਾਮਲੇ ਨੂੰ ਫਿਰਕੂ ਰੰਗਤ ਵਾਲੇ ਪਾਸੇ ਵੱਲ ਨੂੰ ਧੱਕਿਆ ਜਾ ਰਿਹਾ ਹੈ, ਯਾਨੀ ਦੇਸ਼ ਦੇ ਜਿਹੜੇ ਹੁਕਮਰਾਨ ਹੈ, ਕੀ ਲੱਗਦਾ ਕਿ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਲੋਕਾਂ ਦੇ ਅਸਲ ਮੁੱਦਿਆਂ ਦੀ ਥਾਂ ਤੇ ਤੁਸੀਂ ਉਸ ਪਾਸੇ ਵੱਲ ਨੂੰ ਲੈ ਕੇ ਜਾ ਰਹੇ ਹੋ, ਕਿਉਂਕਿ ਭਾਵਕ ਤੌਰ ਤੇ ਕੋਈ ਮੁੱਦੇ ਖੜੇ ਕੀਤੇ ਜਾਣ ਤਾਂ ਕਿ ਜਵਾਬਦੇਹੀ ਕੋਈ ਨਾ ਹੋਏ ਤੇ ਵੋਟਾਂ ਆਉਣ ਤੇ ਮੌਕੇ ਤੇ ਵੋਟਾਂ ਬਟੋਰੀਆਂ ਜਾਣ। ਜੀ ਸਿੱਧੂ ਸਾਹਿਬ। ਧੰਨਵਾਦ ਸਿੱਧੂ ਸਾਹਿਬ, ਤੁਸੀਂ ਮੈਨੂੰ ਆਪਣੀ ਵਾਰਤਾ 'ਚ ਸ਼ਾਮਲ ਕੀਤਾ। ਮੇਰੀ ਰਾਏ ਜਾਣਨ ਵਾਸਤੇ ਇਹਨਾਂ ਇਸ਼ੂਜ਼ ਤੇ ਮਿਹਰਬਾਨੀ ਸਰ। ਤੁਸੀਂ ਸਵਾਲ ਪੁੱਛਿਆ, ਉਹਦਾ ਜਵਾਬ ਸਿੰਪਲੀ ਇਹ ਹੈ ਕਿ ਜਿਹੜੇ 3 ਐਕਟ ਸਰਕਾਰ ਨੇ ਲਿਆਂਦੇ ਇੱਕੋ ਟਾਈਮ ਤੇ ਸਾਈਮਲਟੇਨੀਅਸਲੀ, ਉਹ ਜੇ ਤੁਸੀਂ ਉਹਨਾਂ ਨੂੰ ਧਿਆਨ ਨਾਲ ਪੜ੍ਹੋ, ਜ਼ਰੂਰ ਤੁਸੀਂ ਪੜ੍ਹ ਚੁੱਕੇ ਹੋਵੋਗੇ, ਤੇ ਕਮਲਜੀਤ ਜੀ ਤੇ ਐਡਵੋਕੇਟ ਹੈ, ਇਹਨਾਂ ਦਾ ਤਾਂ ਕੰਮ ਹੀ ਆ, ਤੇ ਲੱਦੜ ਸਾਹਿਬ ਵੀ ਬਹੁਤ ਸੋਸ਼ਲੀ ਐਕਟਿਵ ਨੇ, IAS ਅਫਸਰ ਵੀ ਨੇ, ਇਹਨਾਂ ਨੇ ਵੀ ਪੜ੍ਹੇ ਹੋਏ ਆ। ਔਰ ਮੈਂ ਬਹੁਤ ਬਖੂਬੀ ਨਾਲ ਇਹ ਸਾਰੇ ਐਕਟ ਸਪਲੀਮੈਂਟਰੀ ਹੈਗੇ ਨੇ, ਇੱਕ ਦੂਜੇ ਨੂੰ ਸਪਲੀਮੈਂਟ ਕਰਦੇ ਆ, ਵਾਰੀ ਲਿਆਏ ਹੁੰਦੇ ਤੇ ਕੁਝ ਹੋਰ ਗੱਲ ਸੀ, ਤਿੰਨੇ ਇਕੱਠੇ ਲਿਆਂਦੇ ਗਏ, ਆਰਡੀਨੈਂਸ ਦੇ ਰੂਪ ਦੇ ਵਿੱਚ ਲਿਆਂਦੇ ਗਏ। ਉਹਨਾਂ ਤੋਂ ਗਵਰਨਮੈਂਟ ਵੱਲੋਂ ਅਟੈਂਸ਼ਨ ਨੂੰ ਭਟਕਾ ਦੇਣਾ ਤਾਂ ਇੱਕ ਹੈ, ਹੋਰ ਕਈ ਸਾਰੇ ਮੁੱਦਿਆਂ ਤੋਂ ਗਵਰਨਮੈਂਟ ਦਾ ਮਕਸਦ ਹੈਗਾ ਵੀ ਇਸ ਵੇਲੇ ਪਬਲਿਕ ਮਾਈਂਡ ਨੂੰ ਭਟਕਾ ਦਿੱਤਾ ਜਾਵੇ, ਜਿੱਦਾਂ ਕਿ ਸਾਡੀ ਇਕਨੋਮੀ ਪੂਰੀ ਤਰ੍ਹਾਂ ਡੀਰੇਲਡ ਹੈ, ਉਹਦੇ ਤੋਂ ਲਦਾਖ ਤੋਂ, ਅਰੁਣਾਚਲ ਤੋਂ ਲੋਕਾਂ ਦਾ ਮਾਈਂਡ ਜਿਹੜਾ ਦੂਸਰੇ ਪਾਸੇ ਲਾਤਾ ਜਾਵੇ, ਔਰ ਇਹਨਾਂ 3 ਮੁੱਦਿਆਂ ਤੋਂ ਵੀ ਹਟਾ ਦਿੱਤਾ। ਹੁਣ ਇਸ ਵੇਲੇ ਵਾਕਈ ਜਿਸ ਤਰ੍ਹਾਂ ਤੁਸੀਂ ਫਰਮਾਇਆ, 26 ਤਰੀਕ ਤੋਂ ਬਾਅਦ ਗੱਲ ਸਾਰੀ ਬਿਲਕੁਲ ਬਦਲ ਦਿੱਤੀ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਰਕਾਰ ਦੀ ਕੀ ਇਹ ਜ਼ਿੰਮੇਵਾਰੀ ਨਹੀਂ, ਠੀਕ ਹੈ, ਦੋਨੇ ਧਿਰਾਂ ਦਾ ਇਸ ਵੇਲੇ ਟਕਰਾਵ ਹੈ। ਕਿਸਾਨ ਯੂਨੀਅਨਸ ਜੋ ਕਿਸਾਨਾਂ ਦੀਆਂ ਔਰ ਹੋਰਨਾਂ ਲੋਕਾਂ ਦੀਆਂ ਔਰ ਮਜ਼ਦੂਰਾਂ ਦੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਉੱਥੇ ਪਿਛਲੇ 65 ਦਿਨਾਂ ਤੋਂ ਜਾਂ 66 ਦਿਨਾਂ ਤੋਂ ਐਜੀਟੇਸ਼ਨ ਕਰ ਰਹੇ ਆ। 26 ਤਰੀਕ ਤੱਕ ਉਹ ਐਜੀਟੇਸ਼ਨ ਜਿਹੜੀ ਹੈ 100% ਪੀਸਫੁਲ ਸੀ। ਈਵਨ ਕਿਸੇ ਨੂੰ ਕੰਕਰ ਵੀ ਕਿਸੇ ਨੇ ਮਾਰਿਆ ਹੋਵੇ ਜਾਂ ਕੋਈ ਕਿਸੇ ਕਿਸਮ ਦੀ ਸ਼ਰਾਰਤ ਹੋਈ ਹੋਵੇ, ਮੈਂ ਕਹਿੰਦਾ ਹੁੰਦਾ ਕਿ ਮੈਂ ਆਪਣੀ ਲਾਈਫ ਟਾਈਮ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੰਨਾ ਲੰਮਾ ਸੰਘਰਸ਼, ਇੰਨਾ ਲੰਮਾ ਅੰਦੋਲਨ, ਇੰਨਾ ਪੀਸਫੁਲ ਮੈਂ ਨਹੀਂ ਵੇਖਿਆ। ਕੁਦਰਤੀ ਤੌਰ ਤੇ ਮੇਰੀ ਕੋਈ ਅਚੀਵਮੈਂਟ ਨਹੀਂ ਹੈ, ਜਿਸ ਤਰ੍ਹਾਂ ਨੌਕਰ ਸੀਗੇ ਸਰਕਾਰ ਦੇ, ਜਿਸ ਤਰ੍ਹਾਂ ਪੋਸਟਡ ਸੀ। 2 ਮੈਂ ਵੱਡੀਆਂ ਅੰਦੋਲਨ ਆਪਣੀ ਲਾਈਫ ਦੇ ਵਿੱਚ ਦੇਖੇ ਆਪਣੀ ਸਰਵਿਸ ਦੇ ਦੌਰਾਨ। ਇੱਕ ਤੇ ਬਲੂ ਸਟਾਰ ਦੇ ਦਿਨਾਂ ਦੇ ਵਿੱਚ, ਉਦੋਂ ਮੈਂ ਅੰਮ੍ਰਿਤਸਰ ਪੋਸਟਡ ਸੀ। ਮਹਿਤਾ ਚੌਕ ਦੇ ਵਿੱਚ ਮੈਂ ਮੈਜਿਸਟ੍ਰੇਟ ਔਨ ਡਿਊਟੀ ਸੀ, ਜਿੱਥੇ 21 ਬੰਦੇ ਸ਼ਹੀਦ ਹੋ ਗਏ ਸੀਗੇ। ਫਿਰ ਉਸ ਤੋਂ ਬਾਅਦ ਮੰਡਲ ਕਮਿਸ਼ਨ ਦੇ ਵੇਲੇ ਵੀ ਇਨਸੀਡੈਂਟਲੀ ਮੈਂ ਫਗਵਾੜੇ ਦੇ ਵਿੱਚ SDM ਸੀ। ਸੋ ਗ੍ਰਾਸ ਰੂਟ ਲੈਵਲ ਤੇ ਉਹਨਾਂ ਅੰਦੋਲਨਾਂ ਨੂੰ ਟੈਕਲ ਵੀ ਕੀਤਾ। ਇਹ ਈਵਨ ਅਫਸਰਾਂ ਤੱਕ ਦੀ ਫਿਤਰਤ ਹੁੰਦੀ ਆ ਵੀ ਕਿਸੇ ਤਰੀਕੇ ਉਸ ਅੰਦੋਲਨ ਨੂੰ ਆਪਣੇ ਜੁਰਿਸਡਿਕਸ਼ਨ ਦੇ ਵਿੱਚ ਇਸ ਤਰੀਕੇ ਨਾਲ ਟਰਨ ਕਰ ਦਿੱਤਾ ਜਾਵੇ ਵੀ ਉਹਦੇ ਤੋਂ ਰਿਲੀਫ ਮਹਿਸੂਸ ਹੋਵੇ।
ਤੇ ਗਵਰਨਮੈਂਟ ਦੇ ਜਿਹਦੇ ਕਿ ਬਹੁਤ ਵਾਸਟ ਰਿਸੋਰਸਿਸ ਹੁੰਦੇ ਨੇ ਔਰ ਉਹਨਾਂ ਦਾ ਮੁੱਖ ਮਕਸਦ ਹੁੰਦਾ ਕਿ ਇਹਨਾਂ ਨੂੰ ਫੇਲ ਕਰ ਦਿੱਤਾ ਜਾਵੇ, ਪਾਰਟਿਕੂਲਰਲੀ ਜੇ ਗਵਰਨਮੈਂਟ ਦਾ ਮਾਈਂਡ ਹੋਵੇ ਕਿ ਅਸੀਂ ਆਪਣੀ ਗੱਲ ਦੇ ਉੱਤੇ ਵਜਿਦ ਰਹਿਣਾ ਔਰ ਅੜੇ ਰਹਿਣਾ। ਦੋਨਾਂ ਧਿਰਾਂ ਦੀ ਇਹ ਬਰਾਬਰ ਜ਼ਿੰਮੇਵਾਰੀ ਹੈ ਕਿ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣ। ਫਰਕ ਕੇਵਲ ਇੰਨਾ ਆ ਕਿ ਇੱਕ ਰਿਸੀਵਿੰਗ ਐਂਡ ਤੇ ਪਾਰਟੀ ਆ, ਦੂਸਰੀ ਜਿਨ੍ਹਾਂ ਨੇ ਦੇਣ ਵਾਲੀ ਸਰਕਾਰ, ਰਿਸੀਵ ਕਰਨ ਵਾਲੇ ਕਿਸਾਨ। ਦੋਨਾਂ ਨੂੰ ਆਪਣਾ ਆਪਣਾ ਫਰਜ਼ ਜਿਹੜਾ ਬਾਖੂਬੀ ਨਿਭਾਉਣਾ ਚਾਹੀਦਾ। ਕਿਸਾਨਾਂ ਦਾ ਹੈਗਾ ਫਰਜ਼ ਕਿ ਉਹ ਆਪਣੇ ਨੌਜਵਾਨਾਂ ਨੂੰ ਕੰਟਰੋਲ ਦੇ ਵਿੱਚ ਰੱਖਣ, ਜਿੱਦਾਂ ਪਹਿਲਾਂ ਪੀਸਫੁਲੀ ਚੱਲਿਆ ਉਸੇ ਤਰ੍ਹਾਂ ਹੀ ਚੱਲਦਾ ਰਹੇ। 26 ਤਰੀਕ ਨੂੰ ਜਿਹੜਾ ਘਟਨਾ ਵਾਪਰੀ ਆ ਉਹ ਅਨਫੋਰਚੂਨੇਟ ਹੈ, ਪਰ ਉਹਦਾ ਅਜੇ ਤੱਕ ਦੋਨੇ ਧਿਰਾਂ, ਕਿਉਂਕਿ ਟੋਟਲ ਪੋਲਰਾਈਜੇਸ਼ਨ ਹੋ ਚੁੱਕੀ ਮੀਡੀਆ ਦੇ ਵਿੱਚ ਵੀ, ਜੇਕਰ ਮੈਂ 8, 9, 10 ਚੈਨਲਸ ਨੂੰ ਉਹ ਲਾਵਾਂ ਜਿਨ੍ਹਾਂ ਨੂੰ ਲੋਕੀ ਸਰਕਾਰੀ ਚੈਨਲਸ ਜਾਂ ਗੋਦੀ ਮੀਡੀਆ ਕਹਿੰਦੇ ਆ, ਤਾਂ ਮੇਰਾ opinion ਹੀ ਸਾਰਾ ਉਧਰ ਬਣ ਜਾਏਗਾ ਵੀ ਸਾਰਾ ਕਸੂਰ ਹੀ ਇਹਨਾਂ ਦਾ। ਜੇ ਮੈਂ ਤੁਹਾਡੇ ਵਰਗੇ ਸਿਆਣੇ ਔਰ ਨਿਊਟਰਲ ਪੱਤਰਕਾਰਾਂ ਨੂੰ ਸੁਣਾ ਜਾਂ ਕੋਈ NDTV ਵਰਗਿਆਂ ਨੂੰ ਸੁਣਾ ਤਾਂ ਮੈਨੂੰ ਲੱਗੇਗਾ ਕਿ ਨਹੀਂ, ਸਾਰਾ ਕਸੂਰ ਹੀ, ਇਹ ਬਿਲਕੁਲ ਮਨੂਵਰਡ ਸੀ ਪ੍ਰੋਗਰਾਮ। ਫਿਰ ਮੇਰਾ ਧਿਆਨ ਉਧਰ ਜਾਏਗਾ। ਟੋਟਲ ਪੋਲਰਾਈਜੇਸ਼ਨ ਇੱਥੇ ਵੀ ਹੋ ਗਈ, ਭਾਵੇਂ ਕਮਿਊਨਿਟੀਜ਼ ਦੇ ਵਿੱਚ ਹੋ ਗਈ, ਭਾਵੇਂ ਸਟੇਟਸ ਦੇ ਵਿੱਚ ਹੋ ਗਈ, ਭਾਵੇਂ ਲੈਂਗੁਏਜਸ ਦੇ ਵਿੱਚ ਹੋ ਗਈ। ਕਿਸਾਨਾਂ ਦਾ ਜਿਹੜੇ ਕਹਿੰਦੇ ਹੁੰਦੇ ਸਿੱਧੂ ਸਾਹਿਬ ਮੈਂ ਸਵਾਲ ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਆ, ਆਪਾਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਤੁਰੇ, ਖੇਤੀ ਨਾਲ ਜੁੜੇ ਜਿਹੜੇ ਮਜ਼ਦੂਰ ਉਹਨਾਂ ਦੇ ਮੁੱਦੇ ਨਾਲ ਜੁੜੇ ਹੋਏ ਸੀ। ਹੁਣ ਉਹਨਾਂ ਮੁੱਦਿਆਂ ਨੂੰ ਜਿਹੜਾ ਹੈਗਾ ਭੰਨਣ ਦੀ ਥਾਂ, ਉਹਨਾਂ ਮੁੱਦਿਆਂ ਨੂੰ ਨਾ ਮੰਨਣ ਦੀ ਥਾਂ ਜਿਹੜਾ ਹੈਗਾ ਪੋਲਰਾਈਜੇਸ਼ਨ ਜਿਹਦੇ ਤੁਸੀਂ ਗੱਲ ਕਰ ਰਹੇ ਹੋ, ਜੇ ਕਤਾਰਬੰਦੀ ਇਸ ਦੇਸ਼ 'ਚ ਹੋਏਗੀ ਤਾਂ ਇਹ ਕਤਾਰਬੰਦੀ ਦਾ ਕਿਹਨੂੰ ਫਾਇਦਾ ਹੋਏਗਾ? ਇਹ ਕਤਾਰਬੰਦੀ ਤਾਂ ਅਲਟੀਮੇਟਲੀ ਦੇਸ਼ ਨੂੰ ਕਿੱਧਰ ਨੂੰ ਲੈ ਕੇ ਜਾਏਗੀ? ਸਵਾਲ ਤਾਂ ਇਹ ਵੀ ਬਹੁਤ ਵੱਡਾ ਨਾ ਸਿੱਧੂ ਸਾਹਿਬ। ਮੈਂ ਇਹੋ ਹੀ ਤੁਹਾਨੂੰ ਬੇਨਤੀ ਕਰ ਰਿਹਾ ਕਿ ਸਰਕਾਰ ਨੇ ਜੇਕਰ ਆਪਣੇ ਇਹ ਕਾਨੂੰਨ ਵਾਪਸ ਨਾ ਲੈਣ ਦਾ ਇਰਾਦਾ ਬਣਾਇਆ ਹੋਇਆ ਤੇ ਹਰ ਹੀਲਾ ਸਰਕਾਰ ਵਰਤੇਗੀ ਔਰ ਵਰਤ ਰਹੀ ਹੈ। ਨਾਟ ਓਨਲੀ ਕਿ ਇਹਨਾਂ ਲਾਜ਼ ਤੋਂ, ਅਸਲ ਡਿਮਾਂਡ ਤੋਂ ਮੁੱਦੇ ਨੂੰ ਭਟਕਾ ਦਿੱਤਾ ਜਾਵੇ, ਬਲਕਿ ਹੋਰ ਵੀ ਜਿਹੜੇ ਮਤਲਬ ਫੇਲਿਅਰ ਹੈਗੇ ਨੇ ਸਰਕਾਰ ਤੋਂ, ਉਹਨਾਂ ਤੋਂ ਵੀ ਲੋਕਾਂ ਦਾ ਧਿਆਨ ਭਟਕਾ ਦਿੱਤਾ ਜਾਵੇ। ਉਹ ਤਾਂ ਸੋਚੀ ਸਮਝੀ ਸਕੀਮ ਦੇ ਥੱਲੇ ਹੁੰਦਾ। ਇਹ ਤੇ ਮੈਂ ਤੁਹਾਡੀ ਗੱਲ ਦਾ ਆਲਰੇਡੀ ਜਵਾਬ ਦੇ ਚੁੱਕਾ। ਔਰ ਜੇਕਰ ਸਿਚੁਏਸ਼ਨ ਨੂੰ ਬਿਲਕੁਲ ਸਮੂਥ ਬਣਾਉਣਾ ਹੋਵੇ ਤਾਂ ਮੇਰੇ ਹਿਸਾਬ ਦੇ ਨਾਲ 80% ਨਾਲੋਂ ਜ਼ਿਆਦਾ ਜ਼ਿੰਮੇਵਾਰੀ ਇਹਨੂੰ ਚੈਨਲਾਈਜ਼ ਕਰਨ ਦੀ ਸਰਕਾਰ ਦੀ ਹੀ ਬਣਦੀ। ਸਰਕਾਰ ਨੂੰ ਬਿਲਕੁਲ ਸਾਫ਼ ਸੁਥਰੇ ਮਨ ਦੇ ਨਾਲ ਇਸ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ। ਜੇ ਸਰਕਾਰ ਤੇ ਕੋਈ ਹੋਰ ਪ੍ਰੈਸ਼ਰ ਹੋਵੇ ਵੀ ਕਿਉਂ ਨਹੀਂ ਸਰਕਾਰ ਮੰਨ ਲਈ, ਤੇ ਉਹ ਤਾਂ ਫਿਰ ਹੁਣ ਮੈਂ ਇਹਦੇ ਬਾਰੇ 'ਚ ਇਸ ਤੋਂ ਜ਼ਿਆਦਾ ਕੁਝ ਕਹਿ ਨਹੀਂ ਸਕਦਾ। ਜੀ ਓਕੇ ਸਿੱਧੂ ਸਾਹਿਬ, ਥੈਂਕ ਯੂ ਵੈਰੀ ਮਚ। ਲੱਦਰ ਸਾਹਿਬ, ਤੁਸੀਂ ਸਿੱਧੂ ਸਾਹਿਬ ਦੇ ਕਮੈਂਟ ਸੁਣੇ ਹੈ? ਜੀ ਲੱਦਰ ਜੀ, ਸਵਾਲ ਇਹ ਹੈ ਕਿ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਜੀ, ਖੇਤੀ ਮੁੱਦਿਆਂ ਦੀ ਗੱਲ ਕਰਦੇ ਹਾਂ, ਕਿਸਾਨੀ ਦੇ ਨਾਲ ਜੁੜੇ ਖੇਤ ਮਜ਼ਦੂਰਾਂ ਦੀ ਗੱਲ ਕਰਦੇ ਹਾਂ, ਜਿੱਦਾਂ ਸਿੱਧੂ ਸਾਹਿਬ ਨੇ ਕਿਹਾ ਹੈ ਖੇਤੀ ਮੁੱਦਿਆਂ ਦੀ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੈ ਹੀ ਆ ਉਹਨਾਂ ਨੂੰ ਪੂਰੇ ਕਰਨ ਦੀ ਲੈ ਕੇ, ਪਰ ਸਵਾਲ ਇਹ ਹੈ ਕਿ ਕਿੱਧਰਲੇ ਪਾਸੇ ਨੂੰ ਦੇਸ਼ ਨੂੰ ਤੋਰਿਆ ਜਾ ਰਿਹਾ ਹੈ? ਸਿੱਧੂ ਸਾਹਿਬ ਦੇਖੋ, ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਤਾਂ ਇਹ ਇੱਕ ਬਹੁਤ ਵਧੀਆ ਤਰੀਕੇ ਨਾਲ ਇੱਕ ਸੈਕੂਲਰ ਦੇਸ਼ ਹੋ ਕੇ ਚੱਲ ਰਿਹਾ ਸੀਗਾ। ਔਰ ਸੰਵਿਧਾਨ ਦੇ ਵਿੱਚ ਵੀ ਇਹ ਜਿਹੜਾ ਸ਼ਬਦ ਸੈਕੂਲਰ ਹੈ ਔਰ ਸਭ ਦੇ ਵਾਸਤੇ ਆ, ਇਹ ਕਿਸੇ ਧਰਮ ਦੇ ਨਾਲ ਜੋੜ ਕੇ ਦੇਸ਼ ਨੂੰ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਜਿਹੜੇ ਕਿ ਹਿੰਦੂ ਧਰਮ ਨਾਲ ਵੀ ਸਹਿਮਤ ਨਹੀਂ ਹੈ। ਮੁਸਲਿਮਸ ਹੈ, ਸਿੱਖ ਹੈ, ਬੌਧ ਹੈ, ਪਾਰਸੀ ਹੈ, ਜੈਨ ਹੈ। ਜ਼ਰੂਰੀ ਨਹੀਂ ਹੈ ਕਿ ਉਹ ਸਾਰੇ ਜੋ ਹਿੰਦੂ ਧਰਮ ਦੇ ਲੋਕੀ ਗੱਲ ਨੂੰ ਮੰਨਦੇ ਆ ਉਹੀ ਮੰਨਣ, ਲੇਕਿਨ ਜਿਹੜੀ ਪਿਛਲੇ 6-7 ਸਾਲ ਤੋਂ ਜਿਹੜੀ ਇੱਕ ਵਿਚਾਰਧਾਰਾ ਨੂੰ ਲੈ ਕੇ ਜਿਹੜੀ ਸਰਕਾਰ ਦੀ ਐਡਮਿਨਿਸਟ੍ਰੇਸ਼ਨ ਹੈ, ਮੈਨੂੰ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਹੈਜ਼ਿਟੇਸ਼ਨ ਨਹੀਂ ਹੈ ਕਹਿਣ ਦੇ ਵਿੱਚ ਕਿ ਇਹ ਇੱਕ ਹਿੰਦੂ ਰਾਸ਼ਟਰ ਬਣਾਉਣ ਵੱਲ ਹਰ ਯਤਨ ਹੈ ਸਰਕਾਰ ਦਾ। ਤੇ ਇਹ ਤਾਂ ਚਲੋ ਇੱਕ ਧਰਮ ਦੀ ਗੱਲ ਹੈ, ਲੇਕਿਨ ਇਹ ਆਪਣਾ ਜਿਹੜਾ ਅੰਦੋਲਨ ਹੈ ਇਹ ਪੂਰੇ ਕੰਜ਼ਿਊਮਰ ਦਾ, ਪੂਰੀ ਪਾਪੂਲੇਸ਼ਨ ਦਾ ਅੰਦੋਲਨ ਹੈ। ਕਿਸਾਨ ਤਾਂ ਅੱਗੇ ਲੱਗ ਗਏ ਆ,
ਲੇਕਿਨ ਇਸ ਅੰਦੋਲਨ ਨੂੰ ਜਿਹੜਾ ਸਰਕਾਰ ਪਸੰਦ ਨਹੀਂ ਕਰ ਰਹੀ ਕਿ ਇਹ ਜਿਹੜੇ ਕਿਸਾਨ ਹੈ ਕਿੱਥੋਂ ਆ ਗਏ, ਕਿਉਂਕਿ ਸਰਕਾਰ ਜਿਹੜੀ ਬਣੀ ਹੈ ਉਹ ਪੂੰਜੀਪਤੀਆਂ ਦੇ ਪੈਸਿਆਂ ਨਾਲ ਬਣੀ ਹੈ। ਕਿਸਾਨ ਨੇ ਤਾਂ ਵੋਟ ਪਾਈ ਹੈ, ਕਿਸਾਨ ਪੈਸਾ ਥੋੜੀ ਦਿੰਦਾ ਹੈ ਵੋਟ ਆਪਣਾ ਸਰਕਾਰ ਬਣਾਉਣ ਲਈ। ਸਰਕਾਰ ਬਣਾਉਣ ਲਈ ਤੁਹਾਨੂੰ ਵੱਡੇ ਧਨ ਦੀ ਲੋੜ ਹੈ। ਵੱਡਾ ਧਨ ਜਿਹੜਾ ਉਹ ਕਿਸਾਨ ਬਾਰੇ ਦਾ ਲੀਡਰ ਸਾਹਿਬ ਤੁਸੀਂ ਆਪਣੀ ਗੱਲ ਪਲੀਜ਼ ਚੇਤੇ ਰੱਖਿਓ, ਗੱਲ ਕਿਉਂ ਜ਼ਰੂਰ। ਕਿਸਾਨ ਨੂੰ ਜਦੋਂ ਧਨ ਦੀ ਪੈਸੇ ਦੀ ਗੱਲ ਕਰਦੇ ਆ ਕਿ ਉਹ ਤਾਂ ਵੋਟ ਪਾਉਂਦਾ। ਹੁਣ ਜੇ ਕਿਸਾਨ ਨੇ ਉੱਥੇ ਆਪਣੇ ਲੰਗਰ ਲਾ ਲਏ ਆ, ਥੋੜਾ ਬਹੁਤਾ ਖਾਣ ਪੀਣ ਦਾ ਸਮਾਨ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਦੂਜੇ ਜਥੇਬੰਦੀਆਂ ਮੁਹੱਈਆ ਕਰ ਰਹੀਆਂ, ਤਾਂ ਇਹ ਸਵਾਲ ਉੱਠਣੇ ਖੜੇ ਹੋ ਗਿਆ ਕਿ ਉਹਨਾਂ ਕੋਲੇ ਪੈਸੇ ਕਿੱਥੋਂ ਆ ਰਹੇ ਆ। ਇਹ ਤਾਂ ਨੰਗ ਮਲੰਗ ਬੰਦੇ ਹੈ, ਇਹ ਕਿਉਂ ਤੇ ਢੰਗ ਦਾ ਲੰਗਰ ਚਲਾ ਰਹੇ ਆ ਜਾਂ ਢੰਗ ਨਾਲ ਸੌਂ ਰਹੇ ਆ। ਮਤਲਬ ਕਿ ਇੰਨਾ ਵੀ ਬਰਦਾਸ਼ਤ ਨਹੀਂ ਹੋ ਰਿਹਾ ਕਿ ਕਿੱਥੋਂ ਇਹ ਪੈਸਾ ਉਹਨਾਂ ਲਈ ਲੰਗਰ ਚਲਾਉਣ ਲਈ, ਉਹਨਾਂ ਲਈ ਬੇਸਿਕ ਸਹੂਲਤਾਂ ਲਈ ਪੈਸਾ ਕਿੱਥੋਂ ਆ ਰਿਹਾ। ਦੇਖੋ ਜਦੋਂ ਸਾਡੀਆਂ ਦੇਸ਼ ਦੀਆਂ ਵੋਟਾਂ ਆਉਂਦੀਆਂ ਤਾਂ ਅਰਬਾਂ ਰੁਪਏ ਖਰਚ ਹੁੰਦੇ ਆ, ਉਹਦੇ ਬਾਰੇ ਦੇਸ਼ ਦੀ ਕਦੇ ਕਿਸੇ ਪੋਲੀਟੀਕਲ ਪਾਰਟੀ ਨੇ ਸਵਾਲ ਨਹੀਂ ਕੀਤਾ ਲੀਡਰ ਸਾਹਿਬ ਕਿ ਅਰਬਾਂ ਰੁਪਏ ਕਿੱਥੋਂ ਖਰਚ ਹੋ ਗਏ ਸਰਕਾਰ ਬਣਾਉਣ ਦੇ ਲਈ। ਕਿਸਾਨ ਲੰਗਰ ਲਾ ਰਹੇ ਤਾਂ ਉਹਨਾਂ ਬਾਰੇ ਸਵਾਲ ਕੀਤੇ ਜਾ ਰਹੇ। ਸਿੱਧੂ ਸਾਹਿਬ ਤੁਸੀਂ ਬਿਲਕੁਲ ਵਾਜਿਬ ਕਿਹਾ ਹੈਗਾ ਕਿ ਇਹ ਆਪਣਾ ਪੰਜਾਬ ਦਾ ਤੇ ਸਿੱਖ ਕਲਚਰ ਜਿਹੜਾ ਹੈਗਾ ਇਹਨੂੰ ਸਮਝਣ ਦੀ ਲੋੜ ਹੈ। ਪਿਛਲੇ ਪੂਰੇ ਸਾਲ ਤੋਂ ਜਦੋਂ ਦੀ ਕਰੋਨਾ ਮਹਾਮਾਰੀ ਆਈ ਹੈ, ਸਿੱਖਾਂ ਨੇ ਗੁਰਦੁਆਰਿਆਂ ਤੋਂ ਨਾ ਸਿਰਫ ਭਾਰਤ ਦੇ ਵਿੱਚ ਬਲਕਿ ਪੂਰੇ ਵਿਸ਼ਵ ਦੇ ਵਿੱਚ ਲੰਗਰ ਲਾਏ ਹੈ ਔਰ ਲੱਖਾਂ ਦੇ ਕਰੋੜਾਂ ਨਹੀਂ ਅਰਬਾਂ ਰੁਪਏ ਦਾ ਜਿਹੜਾ ਅਨਾਜ ਹੈ ਔਰ ਖਾਣਾ ਆ ਉਹਨਾਂ ਨੇ ਉਥੋਂ ਗੁਰਦੁਆਰਿਆਂ ਤੋਂ ਵੰਡਿਆ ਲੋਕਾਂ ਨੂੰ, ਇਰਰਿਸਪੈਕਟਿਵ ਆਫ ਦਾ ਰਿਲੀਜਨ ਕਾਸਟ ਜਿਹੜਾ ਵੀ ਆਇਆ ਉਹਨੂੰ ਖਾਣਾ ਦਿੱਤਾ ਹੈਗਾ। ਤੋ ਇਹ ਗੱਲ ਤਾਂ ਜਿਹੜੀ ਪੰਜਾਬ ਦੇ ਕਲਚਰ ਦਾ ਇੱਕ ਹਿੱਸਾ ਆ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਅੰਦੋਲਨ ਚੱਲਦਾ ਹੈਗਾ ਤੇ ਗੁਰਦੁਆਰੇ ਤੋਂ ਵੀ ਲੰਗਰ ਆਂਦਾ ਤੇ ਲੋਕੀ ਖੁਦ ਵੀ ਕੰਟਰੀਬਿਊਟ ਕਰਦੇ ਆ। ਮੈਂ 2 ਵਾਰੀ ਖੁਦ ਜਾ ਕੇ ਦੇਖ ਕੇ ਆਇਆ ਕਿ ਲੋਕਾਂ ਦੀਆਂ ਉੱਥੇ ਟਰਾਲੀਆਂ ਦੀਆਂ ਟਰਾਲੀਆਂ ਅਨਾਜ ਦੀਆਂ, ਡਰਾਈ ਫਰੂਟ ਦੀਆਂ, ਰਜ਼ਾਈਆਂ ਦੀਆਂ, ਗਦੈਲਿਆਂ ਦੀਆਂ, ਕਿਹੜੀ ਚੀਜ਼ ਹੈ ਜਿਹੜੀ ਉੱਥੇ ਨਹੀਂ ਪਹੁੰਚ ਰਹੀ। ਸੋ ਇਹ ਤਾਂ ਲੋਕਾਂ ਦੀ ਇੱਕ ਜਿਹੜੀ ਬਾਬਾ ਨਾਨਕ ਨੇ ਪਿਰਤ ਪਾਈ ਸੀ ਕਿ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਉਹ ਅਸੂਲ ਹੈ ਜਿਹੜੇ ਉਹ ਅੱਜ ਵੀ ਲੋਕੀ ਅਪਣਾਏ ਹੋਏ ਆ। ਇਸ ਕਰਕੇ ਇਹ ਸਰਕਾਰ ਨੂੰ ਸ਼ਾਇਦ ਬਰਦਾਸ਼ਤ ਨਹੀਂ ਹੈ। ਉਹਨਾਂ ਨੇ ਸੋਚਿਆ ਕਿ ਇਹਨੂੰ ਪ੍ਰੋਲੋਂਗ ਹੋਣ ਦਿਓ, ਲੋਕੀ ਆਪਣਾ ਭੁੱਖ ਦੇ ਨਾਲ ਠੰਡ ਦੇ ਨਾਲ ਆਪੇ ਹੀ ਹੰਭ ਕੇ ਚਲੇ ਜਾਣਗੇ। ਲੇਕਿਨ ਇਹ ਜਦੋਂ ਉਹ ਨਹੀਂ ਆਪਣਾ ਗਏ 2 ਮਹੀਨੇ, 26 ਜਨਵਰੀ ਨੂੰ ਉਹਨਾਂ ਨੇ ਆਪਣਾ ਆਊਟਰ ਰਿੰਗ ਤੇ ਪਰੇਡ ਕਰਨ ਦਾ ਜਾਂ ਟਰੈਕਟਰ ਪਰੇਡ ਕਰਨ ਦਾ ਫੈਸਲਾ ਲਿਆ ਤਾਂ ਸਰਕਾਰ ਨੇ ਸੋਚਿਆ ਕਿ ਇਹ ਆਪਣਾ ਦੇਸ਼ ਦੇ ਤਿਰੰਗੇ ਨੂੰ, ਨੈਸ਼ਨਲ ਮੋਨੂਮੈਂਟ ਨੂੰ, ਉਹਦੀ ਇਨਸਲਟ ਨੂੰ ਇੱਕ ਮੁੱਦਾ ਬਣਾ ਕੇ ਇਹਨਾਂ ਨੂੰ ਡਿਸਕ੍ਰੈਡਿਟ ਕੀਤਾ ਜਾਵੇ, ਸਮਾਜ ਨੂੰ ਪੋਲਰਾਈਜ਼ ਕੀਤਾ ਜਾਵੇ। ਜਿਹੜਾ ਮੁਸਲਿਮ ਸਮਾਜ ਹੈ ਜੇ ਉਹ 20 ਕਰੋੜ ਹੈ ਤੇ ਜਿਹੜਾ ਸਿੱਖ ਸਮਾਜ ਹੈ ਇਹ ਤਾਂ 2 ਕਰੋੜ ਹੈ। ਉਹਨਾਂ ਨੂੰ ਇਸ ਗੱਲ ਦੇ ਵਿੱਚ ਫਾਇਦਾ ਨਜ਼ਰ ਆਉਂਦਾ ਆ ਕਿ ਸੁਸਾਇਟੀ ਨੂੰ ਪੋਲਰਾਈਜ਼ ਕਰੀਏ, ਜਿਹੜੀ ਬਹੁਤ ਵੱਡਾ ਇੱਕ ਹਿੱਸਾ ਆ ਸਮਾਜ ਦਾ, ਹਿੰਦੂ ਸਮਾਜ, ਉਹਨੂੰ ਆਪਾਂ ਦੱਸੀਏ ਕਿ ਤੁਹਾਨੂੰ ਖਤਰਾ ਆ, ਚਾਹੇ ਉਹ ਮੁਸਲਮਾਨ ਤੋਂ ਹੈ ਚਾਹੇ ਉਹ ਸਿੱਖ ਤੋਂ ਹੈ। ਹਾਲਾਂਕਿ ਜਿਹੜੇ 31 ਜਥੇਬੰਦੀਆਂ ਨੇ ਮੋਰਚੇ ਲਾਏ ਹੋਏ ਸੀ ਉਹਨਾਂ ਚੋਂ ਇੱਕ ਵੀ ਬੰਦਾ ਲਾਲ ਕਿਲੇ ਨਹੀਂ ਗਿਆ, ਨੰਬਰ 1। ਨੰਬਰ 2 ਦੇ ਉੱਤੇ ਜਿਹੜਾ ਝੰਡਾ ਉੱਥੇ ਦੀਪ ਸਿੱਧੂ ਨੇ ਲਹਿਰਾਇਆ, ਨਿਸ਼ਾਨ ਸਾਹਿਬ, ਉਹ ਆਪਣਾ ਝੰਡਾ ਜਦੋਂ ਲਹਿਰਾਇਆ ਜਾਂ ਕਿਸਾਨ ਦਾ ਝੰਡਾ ਵੀ ਲਹਿਰਾਇਆ ਤਾਂ ਨੈਸ਼ਨਲ ਫਲੈਗ ਨੂੰ ਕਿਸੇ ਨੇ ਕੋਈ ਆਪਣਾ ਇਨਸਲਟ ਨਹੀਂ ਹੋਈ। ਉਹ ਸਭ ਤੋਂ ਉੱਚਾ ਜਿਸ ਤਰ੍ਹਾਂ ਪਹਿਲਾਂ ਝੁਲਦਾ ਸੀਗਾ ਉਸੇ ਤਰ੍ਹਾਂ ਝੁਲਦਾ ਰਿਹਾ। ਸੋ ਇਸ ਕਰਕੇ ਜਿਹੜਾ ਇਹ ਮੀਡੀਆ ਨੇ ਉਹਨੂੰ ਰੰਗਤ ਦਿੱਤੀ ਹੈ ਕਿ ਜੀ ਆਪਣਾ ਤਿਰੰਗੇ ਦਾ ਅਪਮਾਨ ਹੋ ਗਿਆ, ਇਹ 100% ਨਹੀਂ 1000% ਝੂਠ ਪ੍ਰਚਾਰਿਆ ਗਿਆ। ਤੇ ਜਿਹੜਾ 26 ਤਰੀਕ ਦੀ ਰਾਤ ਨੂੰ ਜਾਂ 27 ਨੂੰ ਉੱਥੇ ਦੰਗਾ ਹੋਇਆ ਜਿੱਥੇ ਆਪਣਾ ਟਕੈਤ ਸਾਹਿਬ ਜਿਹੜੇ ਆਪਣੇ ਹੈਗੇ ਉਹਨਾਂ ਨੇ ਵੀ ਆਪਣਾ ਉਹਨਾਂ ਦੇ ਆਂਸੂ ਨਿਕਲ ਆਏ ਔਰ ਸਾਰੇ ਮੂਵਮੈਂਟ ਦੀ ਜਿਹੜੀ ਰੂਪਰੇਖਾ ਦੁਬਾਰਾ ਬਦਲ ਗਈ, ਤਾਂ ਉਹਦੇ ਵਿੱਚ ਨਾ ਤਾਂ ਪ੍ਰਸ਼ਾਸਨ ਨੇ ਉਹਨਾਂ ਨੂੰ ਹਟਾਇਆ, ਨਾ ਆਪਾਂ ਉਹਨਾਂ ਨੂੰ ਕਿਸੇ ਹੋਰ ਬੰਦੇ ਨੇ ਹਟਾਇਆ, ਬਲਕਿ ਪੁਲਿਸ ਦੀ ਪ੍ਰੋਟੈਕਸ਼ਨ ਦੇ ਹੇਠਾਂ ਉਹ ਦੰਗਈ ਆਏ ਜਿਹੜੇ ਕਿ ਉਸ ਇਲਾਕੇ ਦੇ ਨਹੀਂ ਸੀਗੇ। ਉਹਨਾਂ ਨੇ ਉੱਥੇ ਆਪਣਾ ਪਥਰਾਓ ਵੀ ਕੀਤਾ, ਉਹਨਾਂ ਦੇ ਟੈਂਟ ਵੀ ਉਖਾੜੇ, ਉਹਨਾਂ ਦੀ ਕੁੱਟਮਾਰ ਵੀ ਕੀਤੀ। ਤੋਂ ਸਰਕਾਰ ਨੇ ਇੱਕ ਧਿਰ ਬਣ ਕੇ ਇੱਕ ਬੜੇ ਛੜਯੰਤਰ ਦੇ ਨਾਲ ਜਿਹੜੇ ਪੀਸਫੁਲ ਅੰਦੋਲਨ ਕਰ ਰਹੇ ਉਹਨਾਂ ਨੇ ਖਦੇੜਨ ਦੀ ਔਰ ਅੰਦੋਲਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਕਮਲਜੀਤ ਜੀ, ਬਹੁਤ ਵੱਡਾ ਸਵਾਲ ਜਿਹੜਾ ਲੱਦਰ ਸਾਹਿਬ ਛੱਡ ਕੇ ਜਾ ਰਹੇ ਹੈ ਕਿ ਸਾਰੇ ਅੰਦੋਲਨ ਨੂੰ ਅਸਲ ਮੁੱਦਿਆਂ ਦੀ ਥਾਂ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਲਵਾਂ, ਮੈਂ ਸਵਾਲ ਦੇ ਵਾਅਦੇ 'ਚ ਹੀ ਕਰਨਾ ਚਾਹੁੰਦਾ ਹਾਂ। ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਜਿੱਥੋਂ ਅੰਦੋਲਨ ਕਮਲਜੀਤ ਜੀ ਸ਼ੁਰੂ ਹੋਇਆ,
ਪੰਜਾਬ ਦਾ ਤਾਂ ਵਿਰਸਾ ਹੀ ਇਹ ਹੈ ਕਿ ਜਦੋਂ ਬੱਚਾ ਜਨਮ ਲੈਣ ਤੋਂ ਬਾਅਦ ਪਹਿਲਾ ਪੈਰ ਧਰਤੀ ਤੇ ਰੱਖਣਾ ਸ਼ੁਰੂ ਕਰਦਾ ਹੈ ਤਾਂ ਤਕਰੀਬਨ ਸਾਰੇ ਪੰਜਾਬੀ ਜਿਹੜੇ ਹੈਗੇ ਆ ਉਹ ਨਿਸ਼ਾਨ ਸਾਹਿਬ ਦੇ ਹੇਠਾਂ ਹੀ ਜਿਹੜਾ ਹੈਗਾ ਉਸਦੀ ਸੁੱਖ ਸ਼ਾਂਤੀ ਦੀ, ਉਹਦੀ ਲੰਮੀ ਉਮਰ ਦੀ ਅਰਦਾਸ ਕਰਦੇ ਆ। ਸਾਡੀ ਅਰਦਾਸ ਹੈ, ਸਾਡਾ ਵਿਰਸਾ ਹੈ, ਸਾਡੀ ਵਿਰਾਸਤ ਹੈ। ਤੇ ਇਸੇ ਮਾਮਲੇ ਨੂੰ ਲਿਆ ਕੇ ਨੈਸ਼ਨਲ ਲੈਵਲ ਤੇ ਕੁਝ ਜਿਹੜੇ ਚੈਨਲ ਜਾਂ ਮੀਡੀਆ ਦੇ ਕੁਝ ਲੋਕ ਜਾਂ ਪੋਲੀਟੀਕਲ ਪਾਰਟੀਆਂ, ਉਹਨਾਂ ਨੇ ਏਦਾਂ ਰੰਗਤ ਦਿੱਤੀ ਗਈ ਕਿ ਜਿਵੇਂ ਕੋਈ ਦੇਸ਼ ਦੇ ਵਿੱਚ ਬਹੁਤ ਵੱਡਾ ਬਾਬਲਾ ਖੜਾ ਕਰਤਾ ਇਸ ਰੰਗ ਨੇ ਜਾਂ ਇਸ ਨਿਸ਼ਾਨ ਨੇ। ਉਹਨਾਂ ਨੇ ਸਾਰੇ ਮੁੱਦੇ ਨੂੰ ਭਟਕਾਉਣ ਲਈ ਜਾਣੀ ਇੱਕ ਐਡੀ ਵੱਡੀ ਜਿਹੜੀ ਵਿਰਾਸਤ ਹੈ ਉਸ ਤੇ ਵੀ ਸਵਾਲ ਖੜੇ ਕਰਨ ਤੋਂ ਗਰੇਜ਼ ਨਹੀਂ ਕੀਤਾ। ਕਿਵੇਂ ਦੇਖਦੇ ਹੋ ਜਿਹੜਾ ਸਾਰਾ ਕੁਝ ਵਰਤਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਮਲਜੀਤ ਜੀ? ਸਰ, ਮੈਂ ਇੱਕ ਧਰਮ ਨੂੰ ਬਿਲੋਂਗ ਕਰਦਾ, ਮੈਂ ਉਸ ਧਰਮ ਦੇ ਹਦਾਇਤਾਂ ਤੇ ਉਸ ਧਰਮ ਦੇ ਪ੍ਰਿੰਸੀਪਲ ਤੇ ਮੈਂ ਐਕਟ ਪਾਉਣ ਵੀ ਕਰ ਸਕਦਾ। ਜਦੋਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਾਡਾ ਕਨਸਟੀਟਿਊਸ਼ਨਲ ਪ੍ਰੀਐਂਬਲ ਵੀ ਇਹ ਕਹਿੰਦਾ ਹੈ ਕਿ ਵੀ ਆਰ ਏ ਸੈਕੂਲਰ ਸਟੇਟ, ਨਹੀਂ ਹੋ ਸਕਦਾ ਕਿ ਦੂਜੀ ਪਾਰਟੀ ਉਸ ਧਰਮ ਦੇ ਪ੍ਰਿੰਸੀਪਲ ਨਾਲ ਥੋੜਾ ਅੱਡ ਵਰਤੇ। ਜਿਵੇਂ ਭਾਈ ਸਾਹਿਬ ਨੇ ਵੀ ਕਿਹਾ ਕਿ ਮੁਸਲਿਮ ਆਪਣੇ ਪ੍ਰਿੰਸੀਪਲ ਨਾਲ ਚੱਲਦੇ ਨੇ, ਹਿੰਦੂ ਆਪਣੇ ਨਾਲ ਚੱਲਦੇ ਨੇ, ਜੀ ਜੀ, ਹਰ ਇੱਕ ਦਾ ਪਰ ਸਰਕਾਰਾਂ ਦਾ ਕੋਈ ਧਰਮ ਨਹੀਂ ਹੁੰਦਾ। ਜਿੱਥੋਂ ਤੱਕ ਨਿਸ਼ਾਨ ਸਾਹਿਬ ਦੀ ਗੱਲ ਹੈ, ਸਾਡੇ ਦਿਲਾਂ ਦੇ ਵਿੱਚ ਇਹਦੀ ਪਵਿੱਤਰਤਾ, ਇਹਦੀ ਧਾਰਮਿਕ ਭਾਵਨਾ, ਇਹਦੇ ਅੱਗੇ ਜਿਵੇਂ ਤੁਸੀਂ ਕਿਹਾ ਕਿ ਹਰ ਦੁੱਖ ਸੁੱਖ ਦੇ ਵਿੱਚ ਇਹਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਕੇ ਇਹਦੇ ਤੋਂ ਅਸੀਂ ਜੋ ਸ਼ਾਂਤੀ ਪ੍ਰਾਪਤ ਕਰਦੇ ਹਾਂ, ਜੋ ਅਸੀਂ ਆਪਣੀਆਂ ਅਰਦਾਸ ਸੁਣਾਉਣ ਦੀ ਕੋਸ਼ਿਸ਼ ਕਰ ਕਿ ਅਸੀਂ ਇਸ ਝੰਡੇ ਦੇ ਥੱਲੇ ਹਮੇਸ਼ਾ ਸਿਪਾਹੀ ਬਣ ਕੇ ਬਰਖੁਰਦਾਰ ਰਵਾਂਗੇ, ਸਾਨੂੰ ਕਿਰਪਾ ਕਰੋ ਸਾਡੇ ਦੇ ਉੱਤੇ, ਇਹ ਸਾਡੀ ਭਾਵਨਾ ਨਾਲ ਤਾਲੁਕ ਕਰਦਾ ਹੈ। ਲੇਕਿਨ ਇਸ ਵੇਲੇ ਜਿਹੜਾ ਮੁੱਦਾ ਹੈਗਾ ਉਹ ਨਿਸ਼ਾਨ ਸਾਹਿਬ ਦਾ ਸਿਰਫ ਹੈ ਕਿ ਉਹ ਰੈੱਡ ਫੋਰਟ ਦੇ ਉੱਤੇ ਜਿਵੇਂ ਕਿਸੇ ਨੇ ਲਗਾਇਆ ਹੈ। ਮੈਂ ਇਸ ਗੱਲ ਨੂੰ ਬਿਲਕੁਲ ਬਾਰ-ਬਾਰ ਕਹਾਂਗਾ ਕਿ ਨਿਸ਼ਾਨ ਸਾਹਿਬ ਰੈੱਡ ਫੋਰਟ ਤੇ ਲੱਗਣਾ ਚਾਹੀਦਾ ਹੈ ਜਾਂ ਨਹੀਂ ਲੱਗਣਾ ਚਾਹੀਦਾ, ਇਹ ਬਹੁਤ ਵੱਡਾ ਡਿਬੇਟੇਬਲ ਪੁਆਇੰਟ ਹੈਗਾ। ਇਸ ਤਰ੍ਹਾਂ ਹਰ ਧਰਮ ਦੇ ਝੰਡੇ ਲੱਗ ਸਕਦੇ ਨੇ, ਮੈਂ ਉਹਨੂੰ ਬਿਲਕੁਲ ਸਪੋਰਟ ਨਹੀਂ ਕਰਦਾ। ਲੇਕਿਨ ਮੈਂ ਇਹ ਗੱਲ ਜ਼ਰੂਰ ਕਹਿੰਦਾ ਕਿ ਗਵਰਨਮੈਂਟ ਆਫ ਇੰਡੀਆ ਜਾਂ ਕੋਈ ਵੀ ਸਟੇਟ ਗਵਰਨਮੈਂਟ ਐਫਆਈਆਰ ਲਿਖਾਉਣ ਤੋਂ ਪਹਿਲਾਂ ਇਨਕੁਆਇਰ ਤਾਂ ਕਰੇ ਕਿ ਇਹ ਝੰਡਾ ਲਗਾਇਆ ਕਿੰਨੇ ਹੈ, ਕੀ ਸਰਕਮਸਟੈਂਸਿਸ ਬਣੇ, ਇਹ ਝੰਡਾ ਉੱਥੋਂ ਤੱਕ ਪਹੁੰਚ ਕਿਵੇਂ ਗਿਆ ਸਾਡਾ ਝੰਡਾ। ਅਸੀਂ ਇਹਦੇ ਥੱਲੇ ਜ਼ਰੂਰ ਸਾਰੇ ਇਕੱਠੇ ਹੁੰਦੇ ਹਾਂ, ਅਸੀਂ ਇਸ ਝੰਡੇ ਦੀ ਜ਼ਰੂਰ ਇੱਜ਼ਤ ਕਰਦੇ ਹਾਂ, ਅਸੀਂ ਇਸ ਝੰਡੇ ਦੇ ਨਾਲ ਸਾਡੀ ਆਪਣਾ ਰਿਲੀਜਨ ਜੁੜਿਆ ਹੋਇਆ ਹੈ। ਲੇਕਿਨ ਇਹ ਉੱਥੋਂ ਤੱਕ ਪਹੁੰਚਣਾ ਬਿਨਾਂ ਇਨਕੁਆਇਰੀ ਦੇ ਐਫਆਈਆਰ ਕਰਾ ਦੇਣਾ ਔਰ ਉਹਨਾਂ ਆਗੂਆਂ ਨੂੰ ਵਿੱਚ ਇਨਵੋਲਵ ਕਰਨਾ ਜਾਂ ਉਹਨਾਂ ਬੰਦਿਆਂ ਨੂੰ ਇਨਵੋਲਵ ਕਰਨਾ ਜਿਨ੍ਹਾਂ ਦੇ ਨਾਲ ਕੋਈ ਲੈਣ ਦੇਣ ਹੀ ਨਹੀਂ ਹੈ। ਕੋਈ ਸਰ ਤੁਸੀਂ ਸਿੱਧੂ ਸਾਹਿਬ ਐਫਆਈਆਰ ਰਜਿਸਟਰ ਹੋਣ ਤੋਂ ਪਹਿਲਾਂ ਇਹ ਮੈਟਰ ਨੂੰ ਇਨਕੁਆਇਰ ਹੋਣਾ ਚਾਹੀਦਾ ਸੀ। ਹੁਣ ਅਨਫੋਰਚੂਨੇਟਲੀ ਐਫਆਈਆਰ ਰਜਿਸਟਰ ਹੀ ਹੋ ਗਏ ਨੇ, ਐਟਲੀਸਟ ਇਹਦੀ ਇਨਵੈਸਟੀਗੇਟ ਤੇ ਕੋਈ ਫੇਅਰ ਕਰਾਓ। ਤੁਸੀਂ ਇੱਕ ਇਹੋ ਜਿਹੀ ਕੌਮ ਨੂੰ ਔਰ ਇੱਕ ਇਹੋ ਜਿਹੀ ਸੰਸਥਾ ਨੂੰ ਔਰ ਇੱਕ ਇਹੋ ਜਿਹੀ ਮਜ਼ਦੂਰ ਕਿਸਾਨ ਦੇ ਅੰਦੋਲਨ ਨੂੰ ਡਿਸਕ੍ਰੈਡਿਟ ਕਰਨ ਜਾ ਰਹੇ ਹੋ ਜਿਹਦਾ ਕਿ ਸੈਂਟਰਲ ਗਵਰਨਮੈਂਟ ਹੀ ਨਹੀਂ ਸਟੇਟ ਗਵਰਨਮੈਂਟਸ ਨੂੰ ਵੀ ਬਹੁਤ ਹਰਜਾਨਾ ਭੁਗਤਣਾ ਪਏਗਾ ਔਰ ਇਹ ਹਰਜਾਨਾ ਕਈ ਸਾਲਾਂ ਤੱਕ ਚੱਲੇਗਾ। ਕੋਈ ਇਹਨੂੰ ਭੁੱਲ ਨਹੀਂ ਸਕਦਾ। ਇਸ ਤਰੀਕੇ ਦੇ ਨਾਲ ਪੋਲੀਟੀਕਲੀ ਮੋਟੀਵੇਟਿਡ ਤੁਸੀਂ ਸਾਰੀਆਂ ਮੂਵਮੈਂਟ ਕਰਕੇ ਤੇ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾਂ ਕਰਨ ਦੀ ਕੋਸ਼ਿਸ਼ ਕੀਤੀ। ਸਰ ਆਪਣੇ ਕੋਲੇ ਕਮਲਜੀਤ ਜੀ ਆਪਣੇ ਕੋਲੇ ਲੰਬਾ ਸਮਾਂ ਨਹੀਂ, ਪਰ ਜਿੱਦਾਂ ਤੁਸੀਂ ਗੱਲ ਕਰ ਰਹੇ ਮੈਂ ਸਵਾਲ ਜ਼ਰੂਰ ਲਵਾਂਗਾ। ਕਦੇ ਜਦੋਂ ਇੰਦਰਾ ਗਾਂਧੀ ਦਾ ਸਮਾਂ ਸੀ ਤਾਂ ਉਸ ਵੇਲੇ ਜਿਹੜੇ ਕੰਡੇ ਬੀਜੇ ਗਏ ਉਹ ਕੰਡੇ ਅੱਜ ਤੱਕ ਨਹੀਂ ਚੁਗੇ ਜਾ ਰਹੇ, ਰਾਹਾਂ ਤੇ ਉਵੇਂ ਚੁਗ ਰਹੇ ਹੈ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਲੱਕੀਲੀ ਇਸ ਵੇਲੇ ਉੱਥੇ ਇੰਟਰਨੈਸ਼ਨਲ ਮੀਡੀਆ ਬਹੁਤ ਸੀ। ਤੁਸੀਂ ਕੋਈ ਇੰਟਰਨੈਸ਼ਨਲ ਚੈਨਲ ਤੋਂ ਚੁੱਕ ਕੇ ਦੇਖੋ ਕਿ ਕਿਸ ਤਰ੍ਹਾਂ ਰੈੱਡ ਫੋਰਟ ਵਿੱਚ ਬੰਦੇ ਜਾ ਰਹੇ ਨੇ, ਉਹਨਾਂ ਦੀ ਐਂਟਰੀ ਕਿਵੇਂ ਹੋਈ ਹੈ। ਉਹ ਤਾਂ ਇਸ ਤਰ੍ਹਾਂ ਸੀ ਜਿਵੇਂ ਕੋਈ ਵੈਲਕਮ ਕਰ ਰਿਹਾ ਹੋਵੇ। ਫਿਰ ਗਵਰਨਮੈਂਟ ਦੇ ਕੋਲ ਕੈਮਰੇਜ਼ ਨੇ। ਮੈਂ ਜੋ ਦੇਖ ਰਿਹਾ ਰੈੱਡ ਫੋਰਟ ਦੇ ਅੰਦਰ ਘੱਟੋ ਘੱਟ ਰੈੱਡ ਫੋਰਟ ਦੇ ਅੰਦਰ 200 ਸੀਸੀਟੀਵੀ ਕੈਮਰਾਜ਼ ਲੱਗੇ ਹੋਏ ਨੇ। ਰੈੱਡ ਫੋਰਟ ਦੇ ਅੰਦਰ ਐਮੂਨੀਸ਼ਨ ਹੋ ਸਕਦਾ ਹੈ। ਰੈੱਡ ਫੋਰਟ ਦੇ ਅੰਦਰ ਯੂਨੀਫਾਰਮਸ ਪਈਆਂ ਆਰਮੀ ਪੈਰਾਮਿਲਟਰੀ ਫੋਰਸਿਸ ਤੇ ਪੁਲਿਸ ਪਰਸਨਲ ਦੀਆਂ। ਤੁਸੀਂ ਰੈੱਡ ਫੋਰਟ ਦੀ ਸਿਕਿਉਰਿਟੀ ਕਿਵੇਂ ਛੱਡ ਸਕਦੇ ਹੋ ਔਰ ਕਿਵੇਂ ਬੰਦਿਆਂ ਨੂੰ ਅੰਦਰ ਜਾਣ ਦਿੱਤਾ ਜਾ ਸਕਦਾ? ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਬਿਲਕੁਲ ਜਿਹੜਾ ਹੈਗਾ ਵਾਜਬ ਸਵਾਲ ਹੈ ਜਿਹੜਾ ਤੁਸੀਂ ਉਠਾ ਰਹੇ ਹੋ। ਸਿੱਧੂ ਸਾਹਿਬ, ਜਿਸ ਮੁੱਦੇ ਨੂੰ ਲੈ ਕੇ ਸਾਰਾ ਵਾਹਵੇਲਾ ਜਾਂ ਜਿਸ ਮੁੱਦੇ ਨੂੰ ਪਾਸੇ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਵਾਲ ਫੇਰ ਉੱਥੇ ਆ ਕੇ ਸਿੱਧੂ ਸਾਹਿਬ ਖੜਾ ਹੁੰਦਾ ਕਿ ਤਿੰਨੇ ਖੇਤੀ ਕਾਨੂੰਨ, ਉਹਦੇ ਨਾਲ ਐਮਐਸਪੀ ਦਾ ਮਾਮਲਾ,
ਇਹ ਮਾਮਲਾ ਹੁਣ ਜਿਸ ਸਟੇਜ ਤੇ ਆ ਕੇ ਖੜਾ ਹੋ ਗਿਆ, ਇਹਨੂੰ ਭਟਕਾਉਣ ਦੀ ਬਜਾਏ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਕੇਂਦਰ ਨੂੰ ਫੌਰੀ ਦਖਲ ਦੇ ਕੇ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ, ਮਾਮਲਾ ਹੱਲ ਕਰਨਾ ਚਾਹੀਦਾ ਹੈ? ਜਿੱਦਾਂ ਤੁਸੀਂ ਕਿਹਾ ਤੁਹਾਡਾ ਬੜਾ ਪ੍ਰਸ਼ਾਸਕੀ ਤਜਰਬਾ ਸਿੱਧੂ ਸਾਹਿਬ, ਕੀ ਕਿਸੇ ਇਸ ਤਰ੍ਹਾਂ ਦੇ ਮੁੱਦੇ ਨੂੰ ਰੋਲ ਕੇ ਗੁਜ਼ਾਰਾ ਹੋ ਜਾਏਗਾ? ਦੇਖੋ ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਆ ਕਿ ਹੁਣ ਤੱਕ ਜਿਸ ਤਰ੍ਹਾਂ ਗਵਰਨਮੈਂਟ ਨੇ ਪ੍ਰੋਸੀਡ ਕੀਤਾ ਹੈ ਉਹਦੇ ਹਿਸਾਬ ਨਾਲ ਮੈਨੂੰ ਕੋਈ ਸਰਕਾਰ ਦੀ ਮਨਸ਼ਾ 'ਚ ਸ਼ੁੱਧੀ ਨਜ਼ਰ ਨਹੀਂ ਆਉਂਦੀ। ਚਾਹੇ ਉਹ 11 ਮੀਟਿੰਗਸ ਕੀਤੀਆਂ ਜਾਂ 26 ਜਨਵਰੀ ਦੇ ਇਸ ਕਾਂਡ ਨੂੰ ਜਿਹੜਾ ਵੀ ਰੂਪ ਦੇ ਦਿੱਤਾ ਗਿਆ ਤੇ ਜਿਸ ਤਰ੍ਹਾਂ ਇਸ ਅੰਦੋਲਨ ਨੂੰ ਭੰਡਣ ਦਾ ਯਤਨ ਕੀਤਾ ਗਿਆ, ਉਹਦੇ ਤੋਂ ਮੈਨੂੰ ਤਾਂ ਕੋਈ ਐਡੀ ਆਸ ਨਜ਼ਰ ਨਹੀਂ ਆਉਂਦੀ। ਹਰ ਅਟੈਂਪਟ ਸਰਕਾਰ ਦਾ ਇਹ ਹੀ ਹੈ ਕਿ ਇਸ ਅੰਦੋਲਨ ਨੂੰ ਕਿਸੇ ਤਰ੍ਹਾਂ ਵੀ ਮੰਗਾਂ ਮੰਨਣ ਤੋਂ ਬਗੈਰ ਖਤਮ ਕੀਤਾ ਜਾਵੇ। ਹੁਣੇ ਕਮਲਜੀਤ ਜੀ ਨੇ ਤੇ ਲੱਧੜ ਸਾਹਿਬ ਨੇ ਗੱਲ ਕੀਤੀ ਸੀ ਟਕੈਤ ਸਾਹਿਬ ਦੀ। ਉਸ ਦਿਨ ਐ ਲੱਗਦਾ ਸੀ ਜਦੋਂ ADM ਐਡੀਸ਼ਨਲ ਡਿਸਟ੍ਰਿਕਟ ਮੈਜਿਸਟ੍ਰੇਟ ਗਾਜ਼ੀਆਬਾਦ ਦਾ ਪੁਲਿਸ ਨੂੰ ਲੈ ਕੇ ਟਕੈਤ ਨੂੰ ਇਹ ਕਹਿਣ ਵਾਸਤੇ ਕਿ ਹੁਣ ਲੈਕਚਰ ਆਪਣੇ ਬੰਦ ਕਰੋ ਤੇ 12 ਵਜੇ ਇੱਥੋਂ ਚੁੱਕੋ ਸਾਰਾ ਬੋਰੀਆ ਬਿਸਤਰਾ, ਇਉਂ ਜਾਪਦਾ ਸੀ ਕਿ ਤੁਰਦੇ ਬਣੋ ਇੱਥੋਂ ਚੁੱਕਿਆ ਜਾਏਗਾ। ਪਰ ਉਹ ਕਾਊਂਟਰ ਪ੍ਰੋਡਕਟਿਵ ਜਦੋਂ ਰੋਪੇ ਕਿ ਉਹਨਾਂ ਨੇ ਥੈਂਕ ਯੂ। ਤੁਸੀਂ ਜਾਣਦੇ ਹੋਵੋਗੇ ਕਿ ਕੱਲ ਮੁਜ਼ੱਫਰਪੁਰ ਦੇ ਵਿੱਚ ਜਿਹੜੀ ਮਹਾਪੰਚਾਇਤ ਹੋਈ ਹੈ, ਉੱਥੇ ਆਰਡੀਨਰੀਲੀ ਜਿੰਨਾ ਇਕੱਠ ਹੋਇਆ ਕਰਦਾ ਸੀ ਉਹਦੇ ਨਾਲੋਂ 10 ਗੁਣਾ ਵੱਧ ਇਕੱਠ ਹੋਇਆ। ਬਿਲਕੁਲ ਸਹੀ ਹੈ। ਥੈਂਕ ਯੂ ਵੈਰੀ ਮਚ ਸਰ, ਕਿ ਬਹੁਤ ਵੱਡਾ ਹੰਗਾਰਾ। ਮਹਾਪੰਚਾਇਤ ਦੇ ਜਿਹੜੇ ਪ੍ਰਧਾਨ ਨੇ ਉਹ ਇਹਨਾਂ ਦੇ ਵੱਡੇ ਭਾਈ ਰਕੇਸ਼ ਤੇ ਨਰੇਸ਼ ਟਕੈਤ ਨੇ। ਸੋ ਇਹ ਕਿਸੇ ਵਕਤ ਵੀ ਜੇਕਰ ਇਹਨੂੰ ਅੱਛੇ ਤਰੀਕੇ ਦੇ ਨਾਲ ਮੰਦ ਭਾਵਨਾ ਨੂੰ ਛੱਡ ਕੇ ਟੈਕਲ ਨਾ ਕੀਤਾ ਗਿਆ ਤੇ ਇਹ ਮੁੱਦਾ ਕਿਸੇ ਨਾ ਕਿਸੇ ਤਰੀਕੇ ਨਾਲ ਭਖਿਆ ਰਹਿਣਾ। ਜੇ ਇਸ ਅੰਦੋਲਨ ਨੂੰ ਹੁਣ ਸਾਡੀ ਮੌਜੂਦਾ ਜਗ੍ਹਾ ਜਾਏਗਾ ਤੇ ਹੋਰ ਕਿਤੇ ਲੱਗ ਜਾਏਗਾ, ਇਹ ਹਟ ਨਹੀਂ ਸਕਦਾ। ਥੈਂਕ ਯੂ ਜੀ, ਮਿਹਰਬਾਨੀ। ਲੱਧੜ ਸਾਹਿਬ ਆਪਣੇ ਕੋਲ ਸਮਾਂ ਵੀ ਨਹੀਂ, ਪਰ ਮੈਂ 2 ਲਾਈਨਾਂ ਦਾ ਕਮੈਂਟ ਜ਼ਰੂਰ ਚਾਹਾਂਗਾ। ਜੋ ਸਥਿਤੀ ਬਣੀ ਵੀ ਹੈ, ਮੁੱਦਿਆਂ ਨੂੰ ਭਟਕਾ ਕੇ ਗੱਲ ਨਹੀਂ ਬਣਨੀ, ਕੇਂਦਰ ਨੂੰ ਫੌਰੀ ਤੌਰ ਤੇ ਦਖਲ ਦੇ ਕੇ ਮਾਮਲਾ ਹੱਲ ਕਰਨ ਦੀ ਜ਼ਰੂਰਤ ਹੈ। ਲੱਧੜ ਜੀ 2 ਲਾਈਨਾਂ ਦਾ ਕਮੈਂਟਸ। ਸਿੱਧੂ ਸਾਹਿਬ, ਆਪਣਾ ਜਿਹੜਾ ਟੋਟਲ ਡਿਸਕਸ਼ਨ ਹੈ ਮੁੱਦੇ ਨੂੰ ਭਟਕਾਉਣ ਵਾਲੀ ਗੱਲ ਹੀ ਵਾਰ-ਵਾਰ ਤੁਹਾਡੇ ਵੱਲੋਂ ਤੇ ਬਾਕੀ ਸਾਡੇ ਵੱਲੋਂ ਕੀਤੀ ਗਈ ਆ। ਮੈਂ ਇਹ ਸਮਝਦਾ ਕਿ ਨਿਸ਼ਾਨ ਸਾਹਿਬ ਜਦੋਂ ਨਿਸ਼ਾਨ ਸਾਹਿਬ ਲਾਇਆ ਗਿਆ ਤੇ ਉਹਨੂੰ ਆਪਣਾ ਖਾਲਿਸਤਾਨੀ ਫਲੈਗ ਕਿਹਾ ਗਿਆ, ਨੰਬਰ 1। ਜਦੋਂ ਆਪਣੀ 26 ਜਨਵਰੀ ਦੀ ਪਰੇਡ ਨਿਕਲੀ ਆ ਤਾਂ ਮੈਂ ਦੇਖ ਰਿਹਾ ਸੀ ਜਿਹੜੀ ਪੰਜਾਬ ਦੀ ਝਾਕੀ ਸੀ ਉਹਦੇ ਵਿੱਚ ਵੀ 3-4 ਨਿਸ਼ਾਨ ਸਾਹਿਬ ਲੱਗੇ ਹੋਏ ਸੀ। ਤੇ ਪਹਿਲੀ ਗੱਲ, ਦੂਜੀ ਗੱਲ, ਆਪਣਾ ਨਿਸ਼ਾਨ ਸਾਹਿਬ ਆਪਣਾ ਤਿਰੰਗੇ ਦੇ ਨਾਂ ਤਾਂ ਬਰਾਬਰ ਜਾ ਕੇ ਲੱਗਿਆ, ਤੇ ਜੇ ਲੱਗ ਵੀ ਗਿਆ ਤੇ ਨਿਸ਼ਾਨ ਸਾਹਿਬ ਸਾਡੇ ਧਰਮ ਦਾ ਨਿਸ਼ਾਨ ਹੈ। ਤੇ ਜਦੋਂ ਪ੍ਰਾਈਮ ਮਿਨਿਸਟਰ ਆਪਣਾ ਪਾਰਲੀਮੈਂਟ ਦਾ ਵਾਸਤੇ ਹਿੰਦੂ ਰੀਤੀ ਰਿਵਾਜਾਂ ਨਾਲ ਪੂਜਨ ਕਰਦਾ ਆ, ਜਾਂ ਉਹ ਰਾਮ ਮੰਦਿਰ ਦੀ ਜਾ ਕੇ ਪੂਜਾ ਕਰਦਾ ਆ, ਜਾਂ ਕਲਕੱਤੇ ਰੈਲੀ 'ਚ ਜਾ ਕੇ ਜਾਂਦਾ ਉਹ ਆਪਣਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਜਨਮ ਸ਼ਤਾਬਦੀ ਲਈ, ਤੇ ਉੱਥੇ ਜੈ ਸ਼੍ਰੀ ਰਾਮ ਦੇ ਨਾਅਰੇ ਲੱਗਦੇ ਆ, ਤਾਂ ਆਪਣਾ ਮੈਂ ਇੱਕ ਜਦੋਂ ਰਿਟਾਇਰਮੈਂਟ ਤੇ ਸੀ ਤਾਂ ਮੈਂ NRI ਅਫੇਅਰਸ ਦਾ ਪ੍ਰਿੰਸੀਪਲ ਸੈਕਟਰੀ ਸੀ। ਜਦੋਂ ਮੈਂ ਵਿਦੇਸ਼ ਭਵਨ ਦੇ ਵਿੱਚ ਜਿਹੜਾ ਇਹਨਾਂ ਦਾ ਆਪਣਾ ਸੈਂਟਰ ਗਵਰਨਮੈਂਟ ਦਾ ਦਿੱਲੀ 'ਚ ਹੈ, ਮੈਂ ਜਦੋਂ ਗਿਆ ਤਾਂ ਉੱਥੇ ਕੀ ਸੀਗਾ, ਉਹ ਬਹੁਤ ਨਵਾਂ ਭਵਨ ਬਣਿਆ ਤੇ ਉਹਦੇ ਸਾਰੇ ਹਾਲ ਦੇ ਵਿੱਚ ਰਮਾਇਣ ਦੀਆਂ ਪੇਂਟਿੰਗਸ ਲਾਈਆਂ ਹੋਈਆਂ, ਬਿਲਕੁਲ ਨਿਊ ਬਨ। ਤੇ ਉਹਦੇ ਵਿੱਚ ਇੱਕ ਸੀਤਾ ਦੀ ਜਿਹੜੀ ਅਗਨੀ ਪ੍ਰੀਖਿਆ ਆ ਉਹਦੀ ਪੇਂਟਿੰਗ ਵੀ ਲੱਗੀ ਹੋਈ ਸੀ। ਜਦੋਂ ਮੈਂ ਉਹਨਾਂ ਨੂੰ ਕੁਐਸਚਨ ਕੀਤਾ ਸੈਕਟਰੀ ਐਕਸਟਰਨਲ ਅਫੇਅਰ ਨੂੰ ਕਿ ਇਹ ਆਪਣਾ ਹਿੰਦੂ ਧਰਮ ਦਾ ਹਾਲ ਹੈ ਜਾਂ ਸਰਕਾਰ ਦਾ ਹਾਲ ਹੈ, ਗਵਰਨਮੈਂਟ ਆਫ ਇੰਡੀਆ ਦਾ, ਤਾਂ then he said ਕਿ Mr. Ladar, this is not the issue, we will discuss sometime later separately। ਕਹਿਣ ਤੋਂ ਭਾਵ ਇਹ ਆ ਸਿੱਧੂ ਸਾਹਿਬ, ਜੇ ਆਪਣਾ ਤੁਹਾਡਾ ਕੁੱਤਾ ਆ ਤਾਂ ਟੌਮੀ ਆ ਤੇ ਮੇਰਾ ਕੁੱਤਾ ਆ, ਤੇ ਜੇ ਆਪਣਾ ਸਥਿਤੀ ਮੁਤਾਬਕ ਕਰਨ ਤਾਂ ਸਹੀ ਹੈ, ਲੇਕਿਨ ਸਥਿਤੀ ਮੁਤਾਬਕ ਕਿਸ ਤਰ੍ਹਾਂ ਵਰਤਣਾ ਉਹ ਦੇਖਿਆ ਜਾਂਦਾ ਜੀ। ਸਰ ਥੈਂਕ ਯੂ। ਕਮਲਜੀਤ ਜੀ ਲਾਸਟ ਕਮੈਂਟ ਜਿਹੜੇ ਹੈਗੇ ਆ। ਕਮਲਜੀਤ ਜੀ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਕਮਲਜੀਤ ਜੀ ਲਾਸਟ ਕਮੈਂਟ ਜਿਹੜਾ ਮੁੱਦਿਆਂ ਤੇ ਭਟਕਾਉਣ ਦੀ ਜਦੋਂ ਗੱਲ ਕਰਦੇ ਆ, ਕੇਂਦਰ ਦੀ ਨੀਤੀ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਆ। ਆਖਰ ਗੱਲ ਫੇਰ ਵੀ ਆ ਕੇ ਖੜੀ ਉੱਥੇ ਹੀ ਹੁੰਦੀ ਹੈ ਕਿ ਜੇ ਮਾਮਲੇ ਹੱਲ ਨਹੀਂ ਹੋਣਗੇ ਤਾਂ ਇਸ ਤਰ੍ਹਾਂ ਅੰਦੋਲਨ ਨੂੰ ਭੰਨਿਆ ਜਾ ਸਕਦਾ ਹੈ। ਸੰਖੇਪ ਦੇ ਵਿੱਚ
ਕਮਲਜੀਤ ਜੀ? ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਸਿਟੀਜ਼ਨਸ ਆ, ਅਸੀਂ ਲਾਅ ਅਬਾਈਡਿੰਗ ਸਿਟੀਜ਼ਨਸ ਆ। ਜਿਹੜੇ ਰੂਲਰਸ ਹੁੰਦੇ ਨੇ, ਐਕਚੁਅਲੀ ਜਿਵੇਂ ਪ੍ਰਧਾਨ ਮੰਤਰੀ ਖੁਦ ਵੀ ਕਹਿੰਦੇ ਰਹੇ ਨੇ, ਮੈਂ ਤਾਂ ਪਰਮ ਸੇਵਕ ਆ, ਮੈਂ ਚੌਕੀਦਾਰ ਆ, ਮੈਂ ਪਰਮ ਸੇਵਕ ਆ ਇਸ ਕੰਟਰੀ ਦਾ। ਰੂਲਰਸ ਇਸ ਤਰ੍ਹਾਂ ਨਹੀਂ ਗਵਰਨ ਕਰਦੇ ਕਿ ਤੁਸੀਂ ਪਾਰਟੀਆਂ ਨੂੰ ਆਪਸ ਵਿੱਚ ਡਿਵਾਈਡ ਕਰੀ ਜਾਓ, ਜਨਤਾ ਨੂੰ ਆਪਸ ਵਿੱਚ ਡਿਵਾਈਡ ਕਰੀ ਜਾਓ। ਇਹ ਬ੍ਰਿਟਿਸ਼ ਟਾਈਮ ਦਾ ਹੁੰਦਾ ਸੀਗਾ ਜਦੋਂ ਡਿਵਾਈਡ ਐਂਡ ਰੂਲ ਦੀ ਪਾਲਿਸੀ ਅਡਾਪਟ ਹੁੰਦੀ ਸੀਗੀ। ਹੁਣ ਇਸ ਵੇਲੇ ਸਾਨੂੰ ਰੂਲ ਉਹ ਚਾਹੀਦਾ ਹੈ ਤਾਂ ਕਿ ਦੇਸ਼ ਪ੍ਰੋਗਰੈਸ ਕਰ ਸਕੇ। ਇੰਟਰਨੈਸ਼ਨਲ ਫੋਰਮ ਤੇ ਅਸੀਂ ਸਿਰ ਉੱਚਾ ਚੱਕ ਕੇ, ਸਾਡਾ ਪ੍ਰਧਾਨ ਮੰਤਰੀ ਕਿਤੇ ਬਾਹਰਲੀ ਕੰਟਰੀ ਜਾਏ ਤੇ ਸਿਰ ਉੱਚਾ ਚੱਕ ਕੇ ਚੱਲ ਸਕੇ, ਉਹਦੇ ਲਈ ਸਾਨੂੰ ਬੜਾ ਸਟਰੋਂਗ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਆਪਣੀਆਂ ਬਾਹਾਂ ਸਟਰੋਂਗ ਕਰਦੇ ਹੋ, ਤੁਸੀਂ ਹਰ ਇੱਕ ਕਮਿਊਨਿਟੀ ਨੂੰ, ਹਰ ਇੱਕ ਚੰਗੇ ਬੰਦੇ ਨੂੰ ਆਪਣੇ ਨਾਲ ਲੈ ਕੇ ਜਾਂਦੇ ਹੋ। ਜਿਹੜੇ ਕਿਸਾਨ ਮਜ਼ਦੂਰ ਉੱਥੇ ਨੇ, ਜਿਹੜਾ ਸ਼ੋਅ ਕੀਤਾ ਤੁਹਾਨੂੰ ਕਿ ਅਸੀਂ ਕਿੰਨੇ ਪੀਸਫੁਲ ਆ, ਜਿਹਨਾਂ ਆਪਣੀ ਪ੍ਰੋਟੈਸਟ ਮਾਰਚ ਉਸ ਦਿਨ ਰੱਦ ਕਰ ਦਿੱਤੀ ਇਨ ਬਿਟਵੀਨ, ਸਿਰਫ ਇਹ ਦੇਖਦੇ ਹੋਏ ਕਿ ਉੱਥੇ ਰੈੱਡ ਫੋਰਟ ਤੇ ਜੋ ਕਰਵਾਇਆ, ਤੁਸੀਂ ਫਿਰ ਉਹਨਾਂ ਦੇ ਉੱਤੇ ਐਫਆਈਆਰ ਕਰੋ ਜਾਂ ਉਹਨਾਂ ਨੂੰ ਖਾਲਿਸਤਾਨੀ ਜਾਂ ਉਹਨਾਂ ਨੂੰ ਮਾਓਵਾਦੀ ਕਹੋ, ਇਹ ਬਹੁਤ ਮੰਦਭਾਗਾ ਹੈ। ਮੈਂ ਦਿਲੋਂ ਇਹ ਸਮਝਦਾ ਕਿ ਅੱਜ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਬਹੁਤ ਵੱਡਾ ਦਿਲ ਰੱਖ ਕੇ ਉਹਨਾਂ ਕਿਸਾਨਾਂ ਦੇ ਕੋਲ, ਟਕਾਇਤ ਸਾਹਿਬ ਕੋਲ, ਬਾਕੀ ਕਿਸਾਨ ਲੀਡਰਾਂ ਦੇ ਮੋਰਚਿਆਂ ਤੇ ਜਾ ਕੇ ਉਹਨਾਂ ਨੂੰ ਜੱਫੀ ਪਾਣੀ ਚਾਹੀਦੀ ਹੈ, ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ, ਔਰ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਆਓ ਬਈ ਰਲ ਕੇ ਬੈਠ ਕੇ ਦਾ ਮੁੱਦਾ ਲੱਭੀਏ। ਜੀ ਜੀ, ਮੈਂ ਇਹ ਮੰਨਦਾ ਕਿ ਜੇ ਇੱਕ ਵਾਰੀ ਵੀ ਐਡਾ ਵੱਡਾ ਹੌਸਲਾ ਰੱਖ ਕੇ ਜਾਂ ਐਡਾ ਵੱਡਾ ਦਿਲ ਰੱਖ ਕੇ ਪ੍ਰਾਈਮ ਮਿਨਿਸਟਰ ਜਾਏਗਾ, ਉਹਦੀ ਇੱਜ਼ਤ ਘੱਟ ਨਹੀਂ ਹੋਏਗੀ, ਉਹਦੀ ਇੱਜ਼ਤ ਇੰਟਰਨੈਸ਼ਨਲ ਫੋਰਮਸ ਤੱਕ ਬੜੀ ਵੱਧ ਜਾਏਗੀ। ਇੱਥੇ ਇੱਕ ਲੀਡਰ ਜਿਹੜਾ ਨਾਮ ਨੂੰ ਤਿਆਰ ਹੈ। ਥੈਂਕ ਯੂ ਸਰ, ਤੁਹਾਡਾ ਵਿਊ ਪੁਆਇੰਟ ਆ ਗਿਆ। ਸਿੱਧੂ ਸਾਹਿਬ, ਸਮਾਂ ਤਾਂ ਨਹੀਂ ਹੈ ਪਰ ਤੁਸੀਂ ਆਪਣਾ ਕਮੈਂਟ ਦੇਣਾ ਚਾਹੁੰਦੇ ਹੋ, ਪਲੀਜ਼ 2 ਸੈਕਿੰਡ ਦਾ ਕਮੈਂਟ, ਜਿਹੜਾ ਇੰਨਾ ਹੀ ਸਮਾਂ ਹੈ ਜੀ। ਸਿੱਧੂ ਸਾਹਿਬ, ਮੈਂ ਸਿੱਧੂ ਸਾਹਿਬ ਸਿਰਫ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਸ ਵੇਲੇ, ਕਿਉਂਕਿ ਅਸੀਂ ਬਿਊਰੋਕਰੈਟਸ ਰਹੇ ਹਾਂ, ਮੈਂ ਬਿਊਰੋਕਰੈਟ ਰਿਹਾ ਹਾਂ, ਲੱਦਰ ਸਾਹਿਬ ਬਿਊਰੋਕਰੈਟ ਰਹੇ ਨੇ, ਮੈਂ ਇਹ ਵੀ ਐਡਵਾਈਸ ਕਰਨਾ ਚਾਹੂੰ ਵੀ ਇਸ ਵੇਲੇ ਦੇ ਜਿਹੜੇ ਐਗਜ਼ਿਸਟਿੰਗ ਬਿਊਰੋਕਰੈਟਸ ਨੇ, ਉਹ ਇਹ ਹੁਣ ਸਮਾਂ ਨਹੀਂ ਹੈਗਾ ਕਿ ਦੇ ਸ਼ੁੱਡ ਟਰਨ ਐਜ਼ ਅ ਪਲਾਂਟ ਯੈਸਮੈਨ, ਕਿ ਬਈ ਖੁਸ਼ਾਮਦੀਦ ਤੇ ਹਾਂਜੀ ਦੇ ਨਾਲ, ਹਾਂ ਦੇ ਨਾਲ ਹਾਂ ਰਲਾਉਣ ਵਾਲੇ ਨਹੀਂ ਚਾਹੀਦਾ। ਉਹਨਾਂ ਨੂੰ ਡਿਸਇੰਟਰਸਟਿਡ ਐਡਵਾਈਸ ਦੇਣੀ ਚਾਹੀਦੀ ਹੈ ਕਿ ਜੋ ਇਹ ਕੀਤਾ ਜਾ ਰਿਹਾ ਹੈ ਇਸ ਵਾਸਤੇ ਘਾਤਕ ਖੁਦ ਹੋਏਗਾ। ਇਹਨੂੰ ਨੱਥ ਪਾਉਣ ਵਾਸਤੇ ਹੁਣ ਕੋਈ ਗੱਲਬਾਤ ਲਈ ਕਦਮ ਚੁੱਕਣੇ ਚਾਹੀਦੇ ਆ, ਤਾਂ ਹੀ ਇਹਦਾ ਹੱਲ ਅਲਟੀਮੇਟਲੀ ਵਾਸਤੇ ਸੁਖਾਵਾ ਹੋਏਗਾ। ਥੈਂਕ ਯੂ ਸਰ, ਥੈਂਕ ਯੂ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਜਿੱਥੇ ਕਮਲਜੀਤ ਜੀ, ਲੱਦਰ ਸਾਹਿਬ ਤੇ ਸਿੱਧੂ ਸਾਹਿਬ ਦਾ ਧੰਨਵਾਦੀ ਹੈ, ਉੱਥੇ ਅੱਜ ਦੀ ਡਿਬੇਟ ਨੇ ਇੱਕ ਬੜਾ ਸਾਰਥਕ ਸੁਨੇਹਾ ਦਿੱਤਾ ਹੈ ਕਿ ਕਿਸਾਨੀ ਤੇ ਮਜ਼ਦੂਰਾਂ ਦਾ ਅੰਦੋਲਨ, ਇਸ ਨੂੰ ਭੰਨਣ ਲਈ ਕਿਸੇ ਫਿਰਕਾ ਪ੍ਰਸਤੀ ਦੇ ਰਾਹ ਤੇ ਪਾਉਣ ਦੀ ਜ਼ਰੂਰਤ ਨਹੀਂ ਹੈ। ਜ਼ਰੂਰਤ ਇਸ ਗੱਲ ਦੀ ਹੈ, ਜਿਹੜੀ ਹਾਕਮ ਤੇ ਰਹਿ, ਜ਼ਿੰਮੇਵਾਰ ਤੇ ਰਹਿ, ਉਸ ਨੂੰ ਫੌਰੀ ਤੌਰ ਤੇ ਦਖਲ ਦੇ ਕੇ ਕਿਸਾਨੀ ਮੁੱਦੇ ਦਾ ਹੱਲ ਕਰਨਾ ਚਾਹੀਦਾ ਹੈ। ਇਹ ਕਿਸਾਨ ਦੇ ਹਿੱਤ ਵਿੱਚ ਹੈ, ਪੰਜਾਬ ਦੇ ਹਿੱਤ 'ਚ ਹੈ, ਇਸ ਦੇਸ਼ ਦੇ ਹਿੱਤ ਵਿੱਚ ਹੈ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੁੜ ਕੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।